ਅਪਡੇਸ਼ਨ ਆਈ ਹੈ COPRs ਦੇ ਲਈ ਆਈ ਹੈ ਕਿ ਜਿਨ੍ਹਾਂ ਦੇ ਕੋਲ COPR ਹੈ ਉਹ ਟਰੈਵਲ ਕਰ ਸਕਦੇ ਨੇ। ਜੀ ਅੱਜ ਦੀ ਤਰੀਕ ਦੇ ਵਿੱਚ ਸਿਰਫ ਉਹੀ ਟਰੈਵਲ ਕਰ ਸਕਦੇ ਨੇ ਜਿਨ੍ਹਾਂ ਦਾ COPR ਵੈਲਿਡ ਹੈਗਾ। ਇਹ ਵੀ ਕਿਹਾ ਗਿਆ ਸੀ ਕਿ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ ਹੁਣ ਉਹ ਟਰੈਵਲ ਕਰ ਸਕਦੇ ਨੇ ਕੁਆਰੰਟੀਨ ਤੋਂ ਬਿਨਾਂ। ਹੁਣ ਵਿਜ਼ਿਟ ਵੀਜ਼ਾ ਲੱਗਣੇ ਸ਼ੁਰੂ ਹੋ ਜਾਣੇ, ਸੁਪਰ ਵੀਜ਼ਾਸ ਲੱਗਣੇ ਸ਼ੁਰੂ ਹੋ ਜਾਣੇ। ਪਰ ਸਰ ਜਿਨ੍ਹਾਂ ਦੇ ਐਕਸਪਾਇਰ ਹੋ ਚੁੱਕਿਆ ਫਿਰ ਉਹਨਾਂ ਦਾ ਕੀ ਸਿਸਟਮ ਹੋਏਗਾ ਕਿ ਉਹਨਾਂ ਨੂੰ ਆਉਣ ਦੀ ਇਜਾਜ਼ਤ ਨਹੀਂ, ਇਸ ਵਕਤ ਵੈਲਿਡ ਨਹੀਂ ਹੈਗਾ COPR ਤੇ ਉਹ ਕੀ ਕਰਨ? नमस्कार, आदाब, सत श्री अकाल। हमदर्द टीवी देखने वाले सारे दर्शकों का बहुत बहुत स्वागत है प्रोग्राम इमीग्रेशन मैटर्स विच मैं हां तरनजीत कौर घुम्मण हाज़र हां जी लैके तुहाडा अपना प्रोग्राम जिहदे विच गलबात करांगे कैनेडियन इमीग्रेशन संबंधी। सो अज इस वक्त साडा लाइव प्रोग्राम है कैनेडियन इमीग्रेशन संबंधी। तुहाडा कोई सवाल है सानू अज दे लाइव प्रोग्राम विच तुसीं कॉल कर सकते हो ते अज जिहड़े मुद्दे उत्ते असीं गलबात करनी है कैनेडा दे विच इस वक्त असीं देख रहे हैं कि ट्रैवल रिस्ट्रिक्शनस विच कुछ ईज देखण नूं मिलियां ने। हुण कौन-कौन कैनेडा आ सकदा है, इस तों इलावा रेफ्यूजी एप्लीकेशनस दे उत्ते की लेटेस्ट इन्फॉर्मेशन आई है, खेतीबाड़ी सैक्टर के बारे भी असीं गलबात करांगे। बहुत सारियां एप्लीकेशनस जिहड़ियां ने इस वक्त लगाईयां जा रहीआं ने ते नाल दी नाल जेकर तुसीं US टू कैनेडा दे विच आउणा चाहुंदे हो, कैनेडा विच मूव होना चाहुंदे हो, की अपॉर्चुनिटीज़ हो सकदियां ने। इस तों इलावा भी बहुत सारे मुद्दों उत्ते गलबात करांगे। सो इन्हां दे उत्ते गलबात करन लई ते तुहाडे सवालां दे जवाब देण लई साडे नाल जुड़ चुके ने ICC इमीग्रेशन तो मिस्टर मनु दत्ता। बहुत बहुत स्वागत है सर। ਤਰਨ ਜੀ ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ MD ਮਨੂ ਦੱਤਾ ਵੱਲੋਂ ਤੇ ਰਿਪੁਦਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ। ਕੀ ਹਾਲ ਚਾਲ ਨੇ ਸਰ? ਆਲ ਗੁੱਡ ਤਰਨ, ਥੈਂਕ ਯੂ ਵੈਰੀ ਮਚ ਜੀ। ਤੁਸੀਂ ਸੁਣਾਓ, ਠੀਕ ਹੋ? ਆਲ ਗੁੱਡ ਸਰ। ਪਿਛਲੇ ਹਫਤੇ ਤੋਂ ਲੈ ਕੇ ਹੁਣ ਇਸ ਹਫਤੇ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਤਾਂ ਇਸ ਹਫਤੇ ਦੇ ਵਿੱਚ ਕਾਫੀ ਕੁਝ ਨਵਾਂ ਚੇਂਜਸ ਦੇਖਣ ਨੂੰ ਮਿਲੀਆਂ ਨੇ। ਸਭ ਤੋਂ ਪਹਿਲਾਂ ਟਰੈਵਲ ਰਿਸਟ੍ਰਿਕਸ਼ਨਸ ਦੀ ਉਹ ਗੱਲ ਕਰ ਲੈਂਦੇ ਹਾਂ। ਇੰਡੀਆ ਤੇ ਅਗਲੇ 30 ਦਿਨਾਂ ਲਈ ਅਜੇ ਬੈਨ ਵਧਾ ਦਿੱਤਾ ਹੈ। ਪਾਕਿਸਤਾਨ ਤੋਂ ਹਾਲਾਂਕਿ ਫਲਾਈਟਸ ਖੋਲ ਦਿੱਤੀਆਂ ਗਈਆਂ ਨੇ। ਸੋ ਹੁਣ ਕੌਣ ਆ ਸਕਦਾ ਹੈ, ਟਰੈਵਲ ਕਰ ਸਕਦਾ ਕੈਨੇਡਾ? ਤਰਨ ਬਿਲਕੁਲ, ਬਿਕੋਜ਼ ਸਾਰੇ ਹੀ ਬਿਜ਼ਨਸਮੈਨ ਅਫੈਕਟਡ ਸੀਗੇ, ਸਾਰੇ ਹੀ ਬਿਜ਼ਨੈਸਸ ਅਫੈਕਟਡ ਸੀਗੇ ਐਂਡ ਸਾਰੇ ਹੀ ਲੋਕੀ ਲੌਬੀ ਕਰ ਰਹੇ ਸੀਗੇ ਕਿ ਟਰੈਵਲ ਰਿਸਟ੍ਰਿਕਸ਼ਨਸ ਖਤਮ ਹੋਣੀਆਂ ਚਾਹੀਦੀਆਂ। ਜਿਹੜੀਆਂ ਕੈਨੇਡੀਅਨ ਗਵਰਨਮੈਂਟ ਨੇ ਜਿਹੜੀਆਂ ਨॉन ਐਸੈਂਸ਼ੀਅਲ ਟਰੈਵਲ ਹੈਗਾ ਉਹ ਤੇ ਐਕਸਟੈਂਡ ਕਰ ਦਿੱਤਾ ਹੈਗਾ ਟਿਲ ਜੁਲਾਈ, ਬਟ ਅਦਰ ਦੈਨ ਦੈਟ ਯੈਸ ਜਿਹੜੇ ਲੋਕੀ ਪਾਕਿਸਤਾਨ ਤੋਂ ਬਾਕੀ ਕੰਟਰੀਜ਼ ਤੋਂ ਆਉਣਾ ਚਾਹੁੰਦੇ ਨੇ ਜਾਂ ਜਿਹੜੇ PR ਸਿਟੀਜ਼ਨਸ ਬਾਹਰ ਫਸੇ ਹੋਏ ਨੇ, ਯੈਸ ਉਹਨਾਂ ਵਾਸਤੇ ਆਪਸ਼ਨਸ ਖੁੱਲ ਗਈਆਂ। ਐਟਲੀਸਟ ਦੇ ਵੁੱਡ ਬੀ ਏਬਲ ਟੂ ਟਰੈਵਲ ਇਨ। ਐਂਡ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਕਿ ਇੰਡੀਆ ਤੋਂ ਹਾਲੇ ਰਿਸਟ੍ਰਿਕਸ਼ਨਸ ਹਾਲੇ ਵੀ ਐਕਸਟੈਂਡਡ ਹੈਗੀਆਂ ਜੁਲਾਈ 21 ਤੱਕ ਤੇ ਨਜ਼ਰ ਆ ਰਿਹਾ ਕਿ ਨਹੀਂ ਆ ਸਕਣਗੇ। ਐਂਡ ਇਹ ਬੇਸਿਕਲੀ ਇਸ ਵਾਸਤੇ ਡਿਸੀਜ਼ਨ ਲਿੱਤਾ ਗਿਆ ਜੋ ਈਵਨ ਗਵਰਨਮੈਂਟ ਦੇ ਉੱਤੇ ਬੜਾ ਪ੍ਰੈਸ਼ਰ ਸੀਗਾ ਤਰਨ ਜੀ ਕਿ ਇਹ ਰਿਸਟ੍ਰਿਕਸ਼ਨਸ ਖੋਲ ਦੇਣੀਆਂ ਚਾਹੀਦੀਆਂ ਹੈਗੀਆਂ, ਬਟ ਗਵਰਨਮੈਂਟ ਨੇ ਪ੍ਰੋਬੇਬਲੀ ਡਿਸਾਈਡ ਕੀਤਾ ਕਿ ਇਟ ਇਜ਼ ਬੈਟਰ ਟੂ ਬੀ ਸੇਫ ਦੈਨ ਸੌਰੀ। ਸੋ ਉਹਨਾਂ ਨੇ ਐਸੇ ਚੱਕਰ ਦੇ ਵਿੱਚ ਇਹ ਰਿਸਟ੍ਰਿਕਸ਼ਨਸ ਵਧਾਈਆਂ ਹੈਗੀਆਂ ਤਾਂ ਕਿ ਇਹੋ ਜਿਹੀ ਕੋਈ ਗਲਤੀ ਨਾ ਹੋ ਜਾਵੇ ਕਿ ਫਿਰ ਕੇਸਿਸ ਵਧਣੇ ਸ਼ੁਰੂ ਹੋ ਜਾਣ ਕੈਨੇਡਾ ਦੇ ਵਿੱਚ। ਸੋ ਕੀਪਿੰਗ ਸੇਫਟੀ ਇਨ ਮਾਈਂਡ ਦਿਸ ਡਿਸੀਜ਼ਨ ਹੈਜ਼ ਬੀਨ ਟੇਕਨ ਐਂਡ ਹੋਪਫੁਲੀ ਦਿਸ ਇਜ਼ ਅ ਵਾਈਜ਼ ਡਿਸੀਜ਼ਨ। ਬਾਕੀ ਪਾਕਿਸਤਾਨ ਤੋਂ ਯੈਸ ਪਾਕਿਸਤਾਨ ਤੋਂ ਓਪਨ ਹੋ ਗਿਆ ਜੀ। ਹੁਣ ਪਾਕਿਸਤਾਨ ਤੋਂ ਵੀਜ਼ਾਸ ਵਗੈਰਾ ਪ੍ਰੋਸੈਸਿੰਗ ਵਗੈਰਾ ਦੇ ਵਿੱਚ ਵੀ ਫਰਕ ਪੈ ਜਾਏਗਾ ਐਂਡ ਯੈਸ ਦੇ ਵੁੱਡ ਬੀ ਏਬਲ ਟੂ ਟਰੈਵਲ ਇਨ। ਜੀ ਸਰ, ਇੱਕ ਹੋਰ ਜਿਹੜੀ ਨਵੀਂ ਅਪਡੇਸ਼ਨ ਆਈ ਹੈ COPRs ਦੇ ਲਈ ਆਈ ਹੈ ਕਿ ਜਿਨ੍ਹਾਂ ਦੇ ਕੋਲ COPR ਹੈ ਉਹ ਟਰੈਵਲ ਕਰ ਸਕਦੇ ਨੇ। ਕਿ ਇਹਦੇ ਵਿੱਚ ਸਿਰਫ ਜਿਹੜੇ ਜਿਨ੍ਹਾਂ ਦੀ ਵੈਲਿਡ ਹੈਗੀ ਆ ਉਹੀ ਟਰੈਵਲ ਕਰ ਸਕਦੇ ਆ ਜਾਂ ਜਿਨ੍ਹਾਂ ਦੀ ਇਸ ਵਕਤ ਐਕਸਪਾਇਰ ਹੋ ਚੁੱਕੀ ਆ ਉਹ ਵੀ ਕਿਸੇ ਤਰੀਕੇ ਨਾਲ ਆ ਸਕਦੇ ਨੇ? ਤਰਨ ਜੀ ਅੱਜ ਦੀ ਤਰੀਕ ਦੇ ਵਿੱਚ ਸਿਰਫ ਉਹੀ ਟਰੈਵਲ ਕਰ ਸਕਦੇ ਨੇ ਜਿਨ੍ਹਾਂ ਦਾ COPR ਵੈਲਿਡ ਹੈਗਾ ਹੈ। ਸੋ COPR ਤਕਰੀਬਨ ਪਿਛਲੇ ਸਾਲ ਦੇ ਜੇ ਗੱਲ ਕਰੀਏ ਤਕਰੀਬਨ 23,000 ਐਪਲੀਕੈਂਟਸ ਇਹੋ ਜਿਹੇ ਹੈਗੇ ਨੇ ਸੀਗੇ ਤਰਨ ਜੀ ਜਿਹੜੇ ਟਰੈਵਲ ਨਹੀਂ ਕਰ ਸਕੇ ਜਿਨ੍ਹਾਂ ਦੇ COPR ਐਕਸਪਾਇਰਡ ਹੋ ਗਏ। ਸੋ ਹੁਣ ਉਹ ਵੀ ਨਵੇਂ COPR ਇਸ਼ੂ ਹੋਣੇ ਸ਼ੁਰੂ ਹੋ ਜਾਣਗੇ ਜਿਸ ਤਰ੍ਹਾਂ ਹੀ ਰਿਸਟ੍ਰਿਕਸ਼ਨਸ ਖਤਮ ਹੁੰਦੀਆਂ ਹੈਗੀਆਂ, ਜਿਸ ਤਰ੍ਹਾਂ ਹੀ ਵੀਜ਼ਾ ਪ੍ਰੋਸੈਸਿੰਗ ਆਫਿਸਿਸ ਸਹੀ ਤਰੀਕੇ ਨਾਲ ਪ੍ਰੋਸੈਸ ਸ਼ੁਰੂ ਕਰ ਦਿੰਦੇ ਨੇ। ਐਂਡ ਇਨ ਦਾ ਮੀਨ ਟਾਈਮ ਯੈਸ ਜਿਨ੍ਹਾਂ ਦੇ ਕੋਲ ਵੈਲਿਡ PR ਹੈਗੇ ਨੇ ਭਾਵੇਂ ਲਾਸਟ ਈਅਰ ਇਸ਼ੂ ਹੋਏ ਸੀਗੇ ਬਟ ਹਲੇ ਵੈਲਿਡ ਹੈਗੇ ਨੇ ਉਹ ਦੇ ਕੈਨ ਟਰੈਵਲ ਇਨ ਐਂਡ ਦਿਸ ਇਜ਼ ਅ ਵੈਰੀ ਗੁੱਡ ਓਪਰਚੁਨਿਟੀ। ਕਿਉਂਕਿ ਤੁਹਾਨੂੰ ਯਾਦ ਹੋਏਗਾ ਤਰਨ ਜੀ ਬਹੁਤ ਸਾਰੇ ਲੋਕੀ ਸਾਨੂੰ ਫੋਨ ਕਰਦੇ ਸੀਗੇ ਕਿ ਸਾਡੇ ਮਦਰ ਫਸੇ ਹੋਏ ਨੇ, ਸਾਡੇ ਬ੍ਰਦਰ ਫਸੇ ਹੋਏ ਨੇ, ਸੋ ਇਟ ਵਿਲ ਬੀ ਅ ਗੁੱਡ ਟਾਈਮ ਫॉर them ਕਿ ਉਹਨਾਂ ਦਾ ਇੱਕ ਮਹੀਨੇ ਦੇ ਵਿੱਚ ਜਾਂ 15 ਦਿਨ ਦੇ ਵਿੱਚ ਕਿਸੇ ਦਾ COPR ਐਕਸਪਾਇਰ ਹੋਣ ਜਾ ਰਿਹਾ। I know multiple families ਇਹਦੇ ਬਾਰੇ ਗੱਲ ਕਰਾਂਗੇ ਸਰ। ਇੱਕ ਪਹਿਲੇ ਦਰਸ਼ਕ ਜੁੜ ਗਏ ਨੇ, ਉਹਨਾਂ ਦਾ ਸਵਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਜਸਵੀਰ ਸਿੰਘ ਬੋਲ ਰਿਹਾ ਵੈਨਕੂਵਰ BC ਤੋਂ। ਜੀ ਸਰ ਦੱਸੋ ਕੀ ਸਵਾਲ ਹੈ? ਸਵਾਲ ਮੇਰੇ ਦੋ ਸਵਾਲ ਆ ਜੀ। ਐਕਚੁਅਲੀ ਮੈਂ ਜੁਲਾਈ 2019 ਪਰਿਵਾਰ ਸਮੇਤ ਆਇਆ ਸੀ ਕੈਨੇਡਾ
बीसी ਜੀ मैं मेरी वाइफ ते मेरे 2 बच्चे ਜੀ ਤੇ ਅਸੀਂ ਆ ਗਏ ਨੈਣੀ ਦਾ ਗਿਆ ਸੀਗਾ LMI ਹੈ ਓਕੇ ਇਨ ਬਿਟਵੀਨ ਕੀ ਹੋਇਆ ਕਿ ਮੇਰੇ ਵਾਈਫ ਨੇ ਆਇਲਸ ਕਰ ਲਈ ਤੇ ਅਸੀਂ ਆ ਜਨਵਰੀ ਦੇ ਵਿੱਚ ਜਿਹੜਾ ਨੈਣੀ ਦਾ ਨਵਾਂ ਪ੍ਰੋਗਰਾਮ ਚੱਲਦਾ ਹੈ ਉਹਦੇ ਵਿੱਚ ਅਸੀਂ ਫਾਈਲ ਲਗਾ ਦਿੱਤੀ ਓਕੇ ਹੁਣ ਕੀ ਹੋਇਆ ਕਿ ਆ ਜਿਹੜਾ 90,000 ਵਾਲਾ ਆਇਆ ਹੈ, ਇਹਦੇ ਲਈ ਵੀ ਤੁਸੀਂ ਐਲੀਜੀਬਲ ਸੀਗੇ ਹੂੰ ਸਾਡੀ ਫਾਈਲ ਇਹਦੇ 'ਚ ਹੀ ਲੱਗ ਗਈ ਆ ਓਕੇ ਸਾਡਾ ਜਿਹੜਾ ਵਰਕ ਪਰਮਿਟ ਹੈ ਜੀ ਉਹ ਖਤਮ ਹੋ ਰਿਹਾ ਅਗਸਤ ਦੇ ਵਿੱਚ ਮੇਰਾ ਕੁਐਸਚਨ ਇਹ ਸੀਗਾ ਕਿ ਮੈਂ ਬ੍ਰਿਜਿੰਗ ਓਪਨ ਵਰਕ ਪਰਮਿਟ ਲਈ ਅਪਲਾਈ ਕਰ ਸਕਦਾ ਜਿਹੜਾ ਮੇਰੀ ਹੁਣ ਫਾਈਲ ਲੱਗੀ ਹੈ 90,000 ਦੇ ਇਹਦੇ ਜਾਂ ਇੱਕ ਮੈਨੂੰ ਰੈਗੂਲਰ ਪੀਆਰ ਵਾਲੀ ਫਾਈਲ ਦੁਬਾਰਾ ਲਾਣੀ ਪਏਗੀ ਕਿਉਂਕਿ ਮੇਰੇ 24 ਮੰਥ ਜਿਹੜੇ ਆ ਇਹ ਅਗਸਤ ਵਿੱਚ ਕੰਪਲੀਟ ਹੋ ਜਾਣੇ ਜੀ 1 ਮਿੰਟ ਲਈ ਤੁਸੀਂ ਹੋਲਡ ਕਰਿਓ ਮਨੂ ਦੱਤਾ ਜੀ ਤੁਹਾਨੂੰ ਕੁਐਸਚਨ ਸਮਝ ਆ ਗਿਆ ਜਾਂ ਮੈਂ ਰਿਪੀਟ ਕਰਾਂ ਤਰਨ ਤੁਹਾਨੂੰ ਰਿਪੀਟ ਕਰਨਾ ਪੈਣਾ ਬਿਕੋਜ਼ ਵੌਇਸ ਬ੍ਰੇਕ ਹੋ ਰਹੀ ਸੀਗੀ ਜੀ ਸਰ ਇਹਨਾਂ ਦਾ ਕਹਿਣਾ ਹੈ ਕਿ 2019 ਵਿੱਚ ਇਹ ਫੈਮਿਲੀ ਸਮੇਤ BC ਦੇ ਵਿੱਚ ਆਏ ਸੀ ਜਿੱਥੇ ਇਹਨਾਂ ਨੇ LMIA ਲਈ ਨੈਣੀ ਦੀ ਉਸ ਤੋਂ ਬਾਅਦ ਇਹਨਾਂ ਦੀ ਵਾਈਫ ਨੇ ਆਇਲਸ ਕਰ ਲਈ ਤੇ ਜਨਵਰੀ ਦੇ ਵਿੱਚ ਜਿਹੜਾ ਨਵਾਂ ਪ੍ਰੋਗਰਾਮ ਆਇਆ ਸੀ ਉਹਦੇ ਅਧੀਨ ਇਹਨਾਂ ਨੇ ਆਪਣੀ ਫਾਈਲ ਲਗਾ ਦਿੱਤੀ ਸੀ ਇਸ ਤੋਂ ਬਾਅਦ ਜਿਹੜੀਆਂ ਇਸ ਕੈਟਾਗਰੀ 90,000 ਦੇ ਵਿੱਚ ਨੈਣੀ ਦੀ ਜੀ ਤੇ ਉਸ ਤੋਂ ਬਾਅਦ ਸਰ 90,000 ਦੀ ਜਿਹੜੀਆਂ ਹੁਣ ਐਪਲੀਕੇਸ਼ਨਸ ਲੱਗੀਆਂ ਸੀਗੀਆਂ ਜਿਹੜੀਆਂ ਪਬਲਿਕ ਪ੍ਰੋਗਰਾਮ ਸੀ ਇਹਦੇ ਵਿੱਚ ਵੀ ਇਹਨਾਂ ਨੇ ਆਪਣੀ PR ਦੀ ਫਾਈਲ ਲਗਵਾ ਦਿੱਤੀ ਤੇ ਹੁਣ ਇਹ ਪੁੱਛਣਾ ਚਾਹੁੰਦੇ ਨੇ ਕਿ ਅਗਸਤ ਵਿੱਚ ਇਹਨਾਂ ਦਾ ਵਰਕ ਪਰਮਿਟ ਖਤਮ ਹੋ ਰਿਹਾ ਕਿ ਇਹ ਬ੍ਰਿਜਿੰਗ ਵੀਜ਼ਾ ਲਈ ਅਪਲਾਈ ਕਰ ਸਕਦੇ ਨੇ ਜਾਂ ਫਿਰ ਇਹਨਾਂ ਨੂੰ ਰੈਗੂਲਰ PR ਲਈ ਹੀ ਅਪਲਾਈ ਕਰਨਾ ਪੈਣਾ ਇਹਨਾਂ ਨੂੰ ਦੁਬਾਰਾ ਆਪਣੀ ਫਾਈਲ ਲਗਾਉਣੀ ਪੈਣੀ ਆ ਤਰਨ ਇਹਨਾਂ ਦੀ ਫਾਈਲ ਪਰਮਨੈਂਟ ਰੈਜ਼ੀਡੈਂਸੀ ਵਾਸਤੇ ਲੱਗੀ ਹੋਈ ਹੈ ਕਿ ਹਾਲੇ ਨਵੇਂ ਕੇਅਰ ਗਿਵਰ ਪ੍ਰੋਗਰਾਮ ਦੇ ਤਹਿਤ ਹਾਲੇ ਇਹਨਾਂ ਨੇ ਲਗਾਈ ਹੈਗੀ ਹੈ ਸਰ ਤੁਹਾਡੀ ਫਾਈਲ ਜਿਹੜੀ ਆ PR ਦੀ ਇਹ ਲੱਗੀ ਹੋਈ ਹੈ ਨਵੇਂ ਪ੍ਰੋਗਰਾਮ ਦੇ ਤਹਿਤ ਕਿ ਹਜੇ ਤੁਸੀਂ ਲਗਾਈ ਹੈ ਹਾਂਜੀ ਮੇਰੀ ਜਨਵਰੀ 'ਚ ਲੱਗੀ ਹੋਈ ਸੀਗੀ ਤੇ ਮੈਨੂੰ ਉਹਦਾ ਟੈਂਪਰੇਰੀ ਨੰਬਰ ਵੀ ਮਿਲ ਗਿਆ ਹੈ ਤੇ ਸੈਕੰਡਲੀ ਇਹਦੇ ਵਿੱਚ ਵੀ ਮੈਂ ਲਗਾ ਦਿੱਤੀ ਹੋਈ ਹੈ ਜੀ ਸਰ ਉਹਦਾ ਟੈਂਪਰੇਰੀ ਨੰਬਰ ਆ ਚੁੱਕਿਆ ਜਿਹੜੀ ਪਹਿਲਾਂ ਇਹਨਾਂ ਨੇ ਲਗਾਈ ਸੀ ਜਨਵਰੀ ਦੇ ਵਿੱਚ ਉਹਦਾ ਟੈਂਪਰੇਰੀ ਨੰਬਰ ਆ ਗਿਆ ਇਸ ਦੇ ਬਾਵਜੂਦ ਇਹਨਾਂ ਨੇ ਜਿਹੜਾ PR to TR ਵਾਲਾ TR to PR ਹੈ ਉਹਦੇ ਵਿੱਚ ਵੀ ਨਾਲ ਫਾਈਲ ਲਗਾਈ ਹੈ ਸੋ ਪੁੱਛ ਰਹੇ ਨੇ ਕਿ ਬ੍ਰਿਜਿੰਗ ਵਰਕ ਪਰਮਿਟ ਹੋਣੇ ਦਾ ਕਿਵੇਂ ਕਰ ਸਕਦੇ ਨੇ ਕਿਉਂਕਿ ਅਗਸਤ ਵਿੱਚ ਇਹਨਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਬਟ ਜੇ ਜਨਵਰੀ ਦੇ ਵਿੱਚ ਇਹਨਾਂ ਨੇ ਫਾਈਲ ਲਗਾਈ ਹੈਗੀ ਹੈ ਤਾਂ ਬੇਸਿਕਲੀ ਐਲੀਜੀਬਲ ਹੈਗੇ ਨੇ ਇਹਨਾਂ ਦਾ ਵਰਕ ਪਰਮਿਟ ਦਾ ਨਵਾਂ ਫਾਈਲ ਲੱਗ ਗਈ ਹੈਗੀ ਹੈ ਜੀ ਉਹੀ ਇਹ ਪੁੱਛ ਰਹੇ ਨੇ ਕਿ ਇਹ ਕੀ ਕਰਨ ਕਿ ਬ੍ਰਿਜਿੰਗ ਵਾਸਤੇ ਐਜ਼ ਆਫ ਟੁਡੇ ਐਲੀਜੀਬਲ ਨਹੀਂ ਹੈਗੇ ਆਪਾਂ ਟੀਵੀ ਤੇ ਆਨਸਰ ਦਈਏ ਇਹਨਾਂ ਨੂੰ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਕਾਲ ਕਰਨ ਲਈ ਤੁਹਾਡਾ ਸ਼ੁਕਰੀਆ ਸਰ ਨੈਕਸਟ ਕਾਲਰ ਵੀ ਲੈ ਲਈਏ ਫਿਰ ਆਪਾਂ ਇਹਨਾਂ ਦੇ ਸਵਾਲ ਦਾ ਜਵਾਬ ਦਿੰਨੇ ਆ ਜੀ ਹੈਲੋ ਹਾਂਜੀ ਅਸੀਂ ਐ ਪੁੱਛਣਾ ਜੀ ਉਹ ਜੀ ਮਲਟੀਪਲ ਵੀਜ਼ੇ ਲੱਗੇ ਸੀ ਇਹ ਮੇਰੀ ਬੇਟੀ ਦਾ ਮੇਰੇ ਜਮਾਈ ਦਾ ਮੇਰੇ ਦੋਤੇ ਦਾ ਜੀ ਉਹ ਜਮਾਈ ਦਾ ਤੇ ਦੋਤੇ ਦਾ ਖਤਮ ਹੋ ਗਿਆ ਉਦੋਂ ਜਦੋਂ ਉਹਨਾਂ ਦੀਆਂ ਟਿਕਟਾਂ ਲਈਆਂ ਵੀ ਅਸੀਂ ਆਉਣ ਨੂੰ ਤੇ ਉਸ ਤੋਂ ਬਾਅਦ ਉਹਨਾਂ ਦੇ ਵੀਜ਼ੇ ਖਤਮ ਹੋ ਗਏ ਹੁਣ ਦੁਬਾਰੇ ਲੱਗ ਸਕਦੇ ਆ ਵਿਜ਼ਟਰ ਵੀਜ਼ਾ ਸੀ ਜੀ ਹਾਂਜੀ ਮਲਟੀਪਲ ਵੀਜ਼ਾ ਹਾਂਜੀ ਮਲਟੀਪਲ ਵੀਜ਼ਾ ਜੀ ਸਰ ਮਲਟੀਪਲ ਵੀਜ਼ਾ ਦੀ ਗੱਲ ਕਰ ਰਹੇ ਨੇ ਕਿ ਮਲਟੀਪਲ ਵੀਜ਼ਾ ਲੱਗਿਆ ਹੋਇਆ ਸੀ ਤੇ ਇਸ ਵਕਤ ਖਤਮ ਹੋ ਗਿਆ ਤੇ ਉਹ ਪੁੱਛ ਰਹੇ ਨੇ ਦੁਬਾਰਾ ਅਪਲਾਈ ਕਰ ਸਕਦੇ ਨੇ ਕਿ ਇਹਦੇ ਲਈ ਉਹ ਵਿਜ਼ਿਟ ਨਹੀਂ ਕਰ ਸਕੇ ਬਿਲਕੁਲ ਆਪਾਂ ਔਨ 에ਅਰ ਜਵਾਬ ਠੀਕ ਹੈ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਕਾਲ ਕਰਨ ਲਈ ਸ਼ੁਕਰੀਆ ਸਰ ਇਸ ਤੋਂ ਪਹਿਲਾਂ ਜਿਨ੍ਹਾਂ ਦੀ ਵੈਨਕੂਵਰ ਤੋਂ ਕਾਲ ਆਈ ਸੀ ਉਹ ਪੁੱਛ ਰਹੇ ਸੀਗੇ ਤੇ ਉਹਨਾਂ ਦਾ ਆਪਾਂ ਜਵਾਬ ਦਈਏ ਹਾਂਜੀ ਸਭ ਤੋਂ ਪਹਿਲਾਂ ਤਾਂ ਉਹ ਬ੍ਰਿਜਿੰਗ ਵਾਸਤੇ ਹਾਲੇ ਐਲੀਜੀਬਲ ਨਹੀਂ ਹੈਗੇ ਐਂਡ ਜੇ ਉਹਨਾਂ ਦੀ ਫਾਈਲ ਨੈਣੀ ਵੀਜ਼ੇ ਵਾਸਤੇ ਬਿਕੋਜ਼ ਵਰਕ ਪਰਮਿਟ ਦੀ ਐਪਲੀਕੇਸ਼ਨ ਉਹਨਾਂ ਨੇ ਨਵੀਂ ਲਗਾ ਦਿੱਤੀ ਹੈਗੀ ਹੈ ਸੋ ਜੇ ਉਹਨਾਂ ਦੀ ਫਾਈਲ ਪ੍ਰੋਸੈਸ ਹੋ ਜਾਂਦੀ ਹੈ ਅਗਸਤ ਤੱਕ ਤੇ ਯੈਸ ਦੇ ਵੁੱਡ ਬੀ ਐਲੀਜੀਬਲ ਫॉर ਦਾ ਵੀਜ਼ਾ ਐਂਡ ਅਦਰਵਾਈਜ਼ ਉਹਨਾਂ ਨੂੰ ਸਟੇਟਸ ਆਪਣਾ ਰੱਖਣਾ ਪਏਗਾ ਉਹਦੇ ਵਾਸਤੇ ਉਹਨਾਂ ਨੂੰ ਵਿਜ਼ਿਟਰ ਰੈਕਡ ਤੇ ਜਾਣਾ ਪਏਗਾ ਤੇ that is what is recommended ਕਿ status ਨਾ lose ਹੋਣ ਦਿਆ ਜੇ and keep your status and ਜੇ ਤੁਸੀਂ TR to PR application ਲਗਾ ਦਿੱਤੀ ਹੈਗੀ ਹੈ that was a good move because ਤੁਸੀਂ ਤੁਹਾਡੀ PR ਜਲਦੀ ਹੋਣ ਦੀ ਸੰਭਾਵਨਾ ਹੈਗੀ ਹੈ and ਹੋ ਸਕਦਾ ਤੁਹਾਡੀ ਐਪਲੀਕੇਸ਼ਨ ਅਗਸਤ ਤੱਕ ਪ੍ਰੋਸੈਸ ਵੀ ਹੋ ਜਾਏ ਜੇ ਉਹ ਪ੍ਰੋਸੈਸ ਹੋ ਜਾਂਦੀ ਹੈ ਤੇ ਫਿਰ ਤੁਸੀਂ ਬ੍ਰਿਜਿੰਗ ਵਾਸਤੇ you might be eligible ਜੀ ਸੋ ਇਸ ਤੋਂ ਬਾਅਦ ਜਿਨ੍ਹਾਂ ਦੀ ਕਾਲ ਆਈ ਸੀ ਮਲਟੀਪਲ ਵੀਜ਼ਾ ਲਈ ਜੀ ਬਿਲਕੁਲ ਜੇ ਟਰੈਵਲ ਨਹੀਂ ਕਰ ਪਾਏ ਤੇ ਉਹਨਾਂ ਨੂੰ ਦੁਬਾਰਾ ਐਪਲੀਕੇਸ਼ਨਸ ਹੁਣ ਵਿਜ਼ਿਟ ਵੀਜ਼ਾ ਲੱਗਣੇ ਸ਼ੁਰੂ ਹੋ ਜਾਣੇ ਸੁਪਰ ਵੀਜ਼ਾਸ ਲੱਗਣੇ ਸ਼ੁਰੂ ਹੋ ਜਾਣੇ ਐਂਡ ਬਿਲਕੁਲ ਜੀ ਉਹ ਦੁਬਾਰਾ ਐਪਲੀਕੇਸ਼ਨ ਆਪਣੀ ਪੁੱਟ ਅਪ ਕਰ ਸਕਦੇ ਜੇ ਟਰੈਵਲ ਨਹੀਂ ਕਰ ਸਕਦੇ ਤੇ
there should not be an issue. ਜੀ ਤੇ ਸਰ ਆਪਾਂ ਗੱਲਬਾਤ ਕਰ ਰਹੇ ਸੀ ਸੀਓਪੀਆਰ ਹੋਲਡਰਸ ਦੀ ਕਿ ਜਿਨ੍ਹਾਂ ਨੂੰ ਇਸ ਵਕਤ ਹੈਗੇ ਆ ਵੈਲਿਡ ਹੈਗੇ ਆ ਉਹ ਕੈਨੇਡਾ ਵਿੱਚ ਆ ਸਕਦੇ ਨੇ, ਪਰ ਸਰ ਜਿਨ੍ਹਾਂ ਦੇ ਐਕਸਪਾਇਰ ਹੋ ਚੁੱਕਿਆ ਫਿਰ ਉਹਨਾਂ ਦਾ ਕੀ ਸਿਸਟਮ ਹੋਏਗਾ ਕਿ ਉਹਨਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਹੋਏਗੀ? ਇਹਦੇ ਬਾਰੇ ਗੱਲ ਕਰਾਂਗੇ। ਦਰਸ਼ਕ ਇੱਕ ਹੋਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਜੀ ਮੈਂ ਅਮਰੀਕ ਸਿੰਘ ਬੋਲਦਾ ਜੀ ਵਿਨੀਪੈਗ ਤੋਂ। ਜੀ ਸਰ। ਕਮਲ ਜੀ ਤੇ ਮਨੂ ਜੀ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤਰਨ ਜੀ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ ਜੀ ਦੱਤਾ ਜੀ ਨੂੰ ਕਿ ਪੇਰੈਂਟਸ ਦਾ ਜਿਹੜਾ ਹੁਣ ਲੱਗਾ ਸੀ ਦੁਬਾਰਾ ਆਪਣਾ ਡਰਾ ਲੱਗਣਾ, ਉਹ ਕਦੋਂ ਲੱਗਣਾ ਜੀ? ਕਹਿੰਦਾ 30,000 ਫਾਈਲਾਂ ਜਿਹੜੇ ਲੈਣੀਆਂ ਇਹਨਾਂ ਨੇ, ਉਹ ਕਦੋਂ ਲੱਗਣਾ ਜੀ? ਉਹ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ। ਹਾਂ ਤੁਸੀਂ ਕੁਐਸਚਨ ਸਮਝ ਗਏ ਨਾ ਮੇਰਾ? ਬਿਲਕੁਲ ਜੀ, ਮੈਂ ਸਮਝ ਗਈ ਜੀ। ਤੁਸੀਂ ਟੀਵੀ ਸਕਰੀਨ ਤੇ ਸੁਣ ਸਕਦੇ ਹੋ ਆਨਸਰ। ਥੈਂਕ ਯੂ ਜੀ। ਜੀ ਸਰ, ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਦਾ ਜਿਹੜਾ 30,000 ਐਪਲੀਕੇਸ਼ਨਸ ਦਾ ਨਵਾਂ ਡਰਾ ਨਿਕਲਣਾ ਹੈ ਉਹਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਨੇ ਕਿ ਕਦੋਂ ਤੱਕ ਨਿਕਲ ਸਕਦਾ ਹੈ? ਤਰਨ ਜੀ ਉਹ ਫਾਲਸ ਦੇ ਵਿੱਚ ਐਕਸਪੈਕਟਡ ਹੈਗਾ, ਸੋ ਸਤੰਬਰ ਤੋਂ ਬਾਅਦ ਉਹ ਡਰਾ ਆਉਣਗਾ। ਹੋ ਸਕਦਾ ਅਕਤੂਬਰ ਨਵੰਬਰ ਦੇ ਵਿੱਚ, ਜਿਸ ਤਰ੍ਹਾਂ ਪਿਛਲੇ ਸਾਲ ਆਇਆ ਉਸੇ ਤਰ੍ਹਾਂ ਹੀ ਐਪਲੀਕੇਸ਼ਨਸ ਅਕਤੂਬਰ ਨਵੰਬਰ ਦੇ ਵਿੱਚ ਲਿੱਤੀਆਂ ਜਾ। ਸੋ ਕੀਪ ਯੋਰ ਫਿੰਗਰਸ ਕ੍ਰੋਸ ਦੀ ਹਾਲੇ ਐਜ਼ ਆਫ ਟੁਡੇ ਕੋਈ ਅਪਡੇਟ ਨਹੀਂ ਹੈਗੀ। ਇਹੀ ਅਪਡੇਟ ਹੈਗੀ ਕਿ ਫਾਲਸ ਦੇ ਵਿੱਚ ਉਹ ਲਿੱਤੀ ਜਾਣਗੀਆਂ ਜੀ। ਤੇ ਸਰ ਸੀਓਪੀਆਰਸ ਦੀ ਆਪਾਂ ਗੱਲ ਕਰ ਰਹੇ ਸੀ ਜਿਨ੍ਹਾਂ ਦਾ ਇਸ ਵਕਤ ਵੈਲਿਡ ਨਹੀਂ ਹੈਗਾ ਸੀਓਪੀਆਰ, ਤੇ ਉਹ ਕੀ ਕਰਨ? ਉਹਨਾਂ ਨੂੰ ਆਟੋਮੈਟਿਕਲੀ ਗਵਰਨਮੈਂਟ ਹੁਣ ਇਸ਼ੂ ਕਰ ਰਹੀ ਹੈਗੀ ਤਰਨ ਜੀ ਕਿ ਜਿਨ੍ਹਾਂ ਦੇ ਸੀਓਪੀਆਰ ਐਕਸਪਾਇਰ ਹੋ ਗਏ ਸੀਗੇ, ਜਿਹੜੇ ਆਪਣੀ ਪਰਮਨੈਂਟ ਰੈਜ਼ੀਡੈਂਸੀ ਲੈ ਨਹੀਂ ਸਕੇ, ਸੋ ਨਵੇਂ ਸੀਓਪੀਆਰਸ ਆਰ ਬੀਇੰਗ ਇਸ਼ੂਡ। ਸੋ ਜਿਸ ਤਰ੍ਹਾਂ ਹੀ ਵੀਜ਼ਾ ਆਫਿਸਿਸ ਦੀ ਜਿਹੜੇ ਕੰਟਰੀ ਦੇ ਵਿੱਚ ਐਪਲੀਕੈਂਟਸ ਬੈਠੇ ਹੋਏ ਨੇ, ਜਿਸ ਤਰ੍ਹਾਂ ਹੀ ਉਹ ਐਪਲੀਕੈਂਟਸ ਦੀ ਕੰਟਰੀ ਦੇ ਵਿੱਚ ਵੀਜ਼ਾ ਪ੍ਰੋਸੈਸਿੰਗ ਨਾਰਮਲ ਆਂਦੀ ਹੈਗੀ ਹੈ ਤੇ ਨਵੇਂ ਸੀਓਪੀਆਰ ਇਸ਼ੂ ਹੋ ਜਾਣਗੇ ਐਂਡ ਦੇ ਵੁੱਡ ਬੀ ਏਬਲ ਟੂ ਟਰੈਵਲ ਇਨ। ਬਿਲਕੁਲ। ਤੇ ਸਰ ਇੱਕ ਹੋਰ ਮੈਂ ਪੁੱਛਣਾ ਚਾਹੁੰਦੀ ਹਾਂ, ਇਹ ਵੀ ਕਿਹਾ ਗਿਆ ਸੀ ਕਿ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ ਹੁਣ ਉਹ ਟਰੈਵਲ ਕਰ ਸਕਦੇ ਨੇ ਕੁਆਰੰਟੀਨ ਤੋਂ ਬਿਨਾਂ। ਬਿਲਕੁਲ ਤਰਨ ਜੀ, ਜਿਨ੍ਹਾਂ ਦੀ ਵੈਕਸੀਨੇਸ਼ਨ ਹੋਈ ਹੈ ਵਿਦ ਵੈਕਸੀਨੇਸ਼ਨ ਦੇ ਵੁੱਡ ਬੀ ਅਲਾਉਡ ਟੂ ਟਰੈਵਲ, ਐਂਡ ਜੇ ਐਟ ਦ ਪੋਰਟ ਆਫ ਐਂਟਰੀ ਉਹ ਪ੍ਰੂਫ ਦੇਣਾ ਪਏਗਾ ਐਂਡ ਪ੍ਰੂਫ ਦੇ ਨਾਲ ਉਹਨਾਂ ਨੂੰ ਕੁਆਰੰਟਾਈਨ ਦੀ ਰਿਕੁਆਇਰਮੈਂਟ ਨਹੀਂ ਰਹੀ। ਤੇ ਸਰ ਇੱਕ ਇਹ ਵੀ ਹੈ ਕਿ ਜਿਹੜੇ ਇਸ ਵਕਤ ਯੂਐਸ ਟੂ ਕੈਨੇਡਾ ਮੂਵ ਹੋਣਾ ਚਾਹੁੰਦੇ ਨੇ, ਕਿਉਂਕਿ ਖਾਸ ਤੌਰ ਤੇ ਅਸੀਂ ਦੇਖ ਰਹੇ ਹਾਂ ਕਿ ਯੂਐਸ ਦੇ ਵਿੱਚ ਜਿਵੇਂ ਗ੍ਰੀਨ ਕਾਰਡ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੋ ਰਿਹਾ, ਕਾਫੀ ਟਾਈਮ ਲੱਗ ਰਿਹਾ, ਬਹੁਤ ਸਾਰੀਆਂ ਐਪਲੀਕੇਸ਼ਨ ਦੇ ਬੈਕਲੌਗਸ ਨੇ। ਪੈਂਡੈਮਿਕ ਨੂੰ ਲੈ ਕੇ ਵੀ ਜਿਸ ਤਰੀਕੇ ਨਾਲ ਕੈਨੇਡਾ ਗਵਰਨਮੈਂਟ ਨੇ ਹੈਂਡਲ ਕੀਤਾ, ਸੋ ਕੈਨੇਡਾ ਕਾਫੀਆਂ ਲਈ ਇਸ ਵਕਤ ਡ੍ਰੀਮ ਡੈਸਟੀਨੇਸ਼ਨ ਬਣ ਚੁੱਕਿਆ। ਜੇ ਕੋਈ ਯੂਐਸ ਟੂ ਕੈਨੇਡਾ ਮੂਵ ਹੋਣਾ ਚਾਹੁੰਦਾ, ਕਿ ਉਹਨਾਂ ਦਾ ਸਕੋਪ ਹੈ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਤਰਨ ਬੇਟੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦਰਸ਼ਨ ਸਿੰਘ ਬੋਲ ਰਿਹਾ ਬੇਟੇ ਵਿਨੀਪੈਗ ਤੋਂ। ਮੈਂ ਪੁੱਛਣਾ ਸੀਗਾ ਬੇਟੇ ਵੀ ਜਿਹੜੀਆਂ 2021 ਦੇ ਵਿੱਚ ਨੈਨੀਕੇਅਰ ਗਿਵਰ ਦੀਆਂ ਫਾਈਲਾਂ ਲੱਗੀਆਂ ਵੀ ਉਹਦੇ ਟੈਂਪਰੇਰੀ ਨੰਬਰ ਕਦੋਂ ਕੋਣੇ ਸ਼ੁਰੂ ਹੋਣੇ ਨੇ? 2021 ਦੀਆਂ ਫਾਈਲਸ ਦਾ 1 ਮਿੰਟ ਲਈ ਹੋਲਡ ਕਰਿਓ। ਮਨੂ ਦੱਤਾ ਜੀ, ਤੁਹਾਨੂੰ ਕੁਐਸਚਨ ਸਮਝ ਆ ਗਿਆ? ਜੀ ਬਿਲਕੁਲ ਤਰਨ ਜੀ, ਅਸੀਂ ਔਨ 에ਅਰ ਜਵਾਬ ਤੁਸੀਂ ਦੇਂਗੇ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਸ਼ੁਕਰੀਆ ਕਾਲ ਕਰਨ ਦੇ ਲਈ। ਠੀਕ। ਨੈਕਸਟ ਕਾਲਰ ਜੁੜ ਗਏ ਨੇ, ਉਹਨਾਂ ਦਾ ਵੀ ਅਸੀਂ ਸਵਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਬਰੈਂਪਟਨ ਤੋਂ ਬੋਲ ਰਿਹਾ। ਮੇਰੇ ਮਦਰ ਨੂੰ ਸੁਪਰ ਵੀਜ਼ਾ ਲੱਗਿਆ ਸੀਗਾ ਜੀ ਇੰਡੀਆ ਤੋਂ, ਤੇ ਉਹਨਾਂ ਦੇ ਹੁਣ 2 ਇਅਰਸ ਆਲਮੋਸਟ ਕੰਪਲੀਟ ਹੋਣ ਵਾਲੇ ਜੀ, ਤੇ ਕੀ ਉਹ ਐਗਜ਼ਿਟ ਵਜੋਂ ਆਪਣਾ ਅਮਰੀਕਾ ਐਗਜ਼ਿਟ ਦਿਖਾ ਸਕਦੇ ਆ ਤੇ ਉੱਥੇ 2-4 ਦਿਨ ਰਹਿ ਕੇ ਜਾਂ ਜਿੰਨਾ ਵੀ ਟਾਈਮ ਹੈਗਾ ਹਫ਼ਤਾ ਕੁ ਰਹਿ ਕੇ ਉਹ ਵਾਪਸ ਕੈਨੇਡਾ ਆ ਸਕਦੇ ਆ, ਜਾਂ ਉਹਨਾਂ ਨੂੰ ਵਾਪਸ ਇੰਡੀਆ ਹੀ ਜਾਣਾ ਪਏਗਾ? ਜੀ 1 ਮਿੰਟ ਲਈ ਤੁਸੀਂ ਹੋਲਡ ਕਰਿਓ। ਸਰ ਤੁਹਾਨੂੰ ਸਵਾਲ ਸਮਝ ਆ ਗਿਆ ਜੀ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਨੈਕਸਟ ਕਾਲਰ ਇੱਕ ਹੋਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ। ਅਸੀਂ ਜੀ ਕੈਨੇਡਾ ਤੋਂ ਬੋਲਦੇ ਹਾਂ, ਟੋਰਾਂਟੋ ਤੋਂ। ਹਾਂਜੀ। ਅਸੀਂ ਜੀ ਬੋਲਿਆ ਪੁੱਛਣਾ ਸੀ, ਜਿਹੜੇ ਬੱਚਿਆਂ ਦੇ ਵਿਆਹ ਹੋਏ ਨੇ ਵੀ ਉਹਨਾਂ ਦੀਆਂ ਫਾਈਲਾਂ ਕਦੋਂ ਓਪਨ ਹੋ ਰਹੀਆਂ ਨੇ? ਸਪਾਊਸ ਕੇਸਿਸ ਦੀ ਤੁਸੀਂ ਗੱਲ ਕਰ ਰਹੇ ਹੋ, ਕਦੋਂ ਓਪਨ ਹੋ ਰਹੀਆਂ ਨੇ? ਜਿਹੜੇ ਬੱਚਿਆਂ ਦੇ ਵਿਆਹ ਹੋਏ, ਮੈਰਿਜ ਹੋਈ ਆ, ਵੀ ਬੱਚੇ ਇੰਡੀਆ ਨੇ, ਘਰਾਂ ਵਾਲੀਆਂ ਇੱਧਰ ਨੇ, ਉਹਨਾਂ ਦੀਆਂ। ਜੀ 1 ਮਿੰਟ ਲਈ ਹੋਲਡ ਕਰਿਓ। ਸਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਇਹਨਾਂ ਨੂੰ? ਨਹੀਂ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਕਾਲ ਕਰਨ ਦੇ ਲਈ ਤੁਹਾਡਾ। ਅੱਛਾ ਜੀ ਇੱਕ ਕਾਲਰ ਹੋਰ ਜੁੜ ਗਏ ਨੇ, ਅਸੀਂ ਉਹਨਾਂ ਦਾ ਵੀ ਸਵਾਲ ਲੈ ਲਈਏ, ਫਿਰ ਆਪਾਂ ਇੱਕ ਕਰਕੇ ਨਾਲ ਆਨਸਰ ਦਿੰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ ਅਸੀਂ ਕੈਲਗਰੀ ਤੋਂ ਬੋਲਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰੇ 2 ਸਵਾਲ ਆ ਜੀ। ਇੱਕ ਤਾਂ ਅਸੀਂ ਦਸੰਬਰ 2 ਚ ਆਏ ਸੀ, ਜਨਵਰੀ ਚ ਸਾਡਾ ਵੀਜ਼ਾ ਖਤਮ ਹੋ ਗਿਆ ਸੀਗਾ ਸੁਪਰ ਵੀਜ਼ਾ, ਤੇ ਅਸੀਂ ਜਨਵਰੀ ਦੀ ਫਾਈਲ ਲੱਗੀ ਵੀ ਹੈ ਸਾਡੀ ਸੁਪਰ ਵੀਜ਼ੇ ਦੀ, ਉਹਦਾ ਨਹੀਂ ਕੁਛ ਆਇਆ ਜੀ। ਇੱਕ ਸਾਡੀ 2018 ਦੀ ਪੀਆਰ ਦੀ ਫਾਈਲ ਲੱਗੀ ਵੀ ਹੈ ਜੀ, ਉਹ ਐਮਪੀ ਤੋਂ ਵੀ ਅਸੀਂ ਈਮੇਲ ਪਵਾਤੀ ਸੀ, ਉਹਦੇ ਚ ਵੀ ਉਹਨਾਂ ਨੇ ਕੁਛ ਨਹੀਂ ਦੱਸਿਆਗਾ ਜੀ। 2018 ਦੀ ਪੀਆਰ ਫਾਈਲ ਲੱਗੀ ਹੈ ਤੇ ਕੋਈ ਹਜੇ ਤੁਹਾਨੂੰ ਰਿਪਲਾਈ ਨਹੀਂ ਆਇਆ? ਕੁਝ ਮੰਗਿਆ ਕੋਈ ਪੇਪਰਸ ਵਗੈਰਾ ਉਹਨਾਂ ਨੇ ਪਹਿਲਾਂ? ਹੈਲੋ ਹਾਂਜੀ
ਹਾਂਜੀ ਤੁਸੀਂ ਕਹਿ ਰਹੇ ਹੋ ਇੱਕ 2018 ਦੀ ਤੁਹਾਡੀ ਪੀਆਰ ਦੀ ਫਾਈਲ ਲੱਗੀ ਹੋਈ ਹੈ, ਦੂਜਾ ਤੁਸੀਂ ਪੁੱਛਣਾ ਚਾਹੁੰਦੇ ਹੋ ਕਿ ਸੁਪਰ ਵੀਜ਼ਾ ਲਈ ਅਪਲਾਈ ਕੀਤਾ ਸੀ ਉਹਦਾ ਵੀ ਕੋਈ ਰਿਪਲਾਈ ਨਹੀਂ ਆਇਆ। ਹਾਂਜੀ ਹਾਂਜੀ ਜੀ 1 ਮਿੰਟ ਲਈ ਤੁਸੀਂ ਹੋਲਡ ਕਰਿਓ ਪਲੀਜ਼, ਟੀਵੀ ਤੇ ਨਾ ਸੁਣੋ, ਸਾਡੀ ਆਵਾਜ਼ ਨੂੰ ਫੋਨ ਤੇ ਸੁਣੋ। 2 ਮਿੰਟ ਲਈ ਹੋਲਡ ਕਰਿਓ। ਮਨੂ ਦੱਤਾ ਜੀ ਕੁਝ ਪੁੱਛਣਾ ਇਹਨਾਂ ਨੂੰ ਜਾਂ ਆਪਾਂ ਆਨਸਰ ਦਈਏ? ਨਹੀਂ ਤਰਨ ਜੀ ਆਨਸਰ ਟੀਵੀ ਦੇਣਗੇ ਸਕਰੀਨ ਜੀ। ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਦਰਸ਼ਕਾਂ ਨੂੰ ਬੇਨਤੀ ਹੈ ਕਿ ਜਿਸ ਟਾਈਮ ਤੁਸੀਂ ਸਾਡੇ ਨਾਲ ਫੋਨ ਤੇ ਗੱਲ ਕਰ ਰਹੇ ਹੁੰਦੇ ਹੋ ਉਸ ਟਾਈਮ 'ਚ ਟੀਵੀ ਤੇ ਨਾ ਸੁਣਿਆ ਕਰੋ, ਸਾਨੂੰ ਡਾਇਰੈਕਟਲੀ ਫੋਨ ਤੇ ਹੀ ਸੁਣਿਆ ਕਰੋ। ਸਰ ਪਹਿਲਾਂ ਦਰਸ਼ਨ ਸਿੰਘ ਜੀ ਦੀ ਕਾਲ ਆਈ ਸੀ, ਨੈਣੀ ਕੇਅਰ ਕੀਵਰਡ ਦੀਆਂ ਪੁੱਛ ਰਹੇ ਨੇ 2021 ਦੀਆਂ ਜਿਨ੍ਹਾਂ ਨੂੰ ਫਾਈਲ ਲੱਗੀਆਂ, ਟੈਂਪਰੇਰੀ ਨੰਬਰ ਕਦੋਂ ਤੱਕ ਆ ਸਕਦਾ ਹੈ? ਤਰਨ ਜੀ ਪਹਿਲੀ ਗੱਲ ਤਾਂ ਨੈਣੀ ਦੀਆਂ 2021 ਦੀਆਂ ਫਾਈਲ ਨੰਬਰ ਆਣੇ ਸ਼ੁਰੂ ਹੋ ਗਏ ਨੇ। ਸੋ ਪਤਾ ਨਹੀਂ ਕਿਹੜੇ ਮਹੀਨੇ ਦੀ ਫਾਈਲ ਹੈਗੀ ਹੈ। ਯੈਸ ਬਟ ਆਪਣੀ ਈਮੇਲਸ ਚੈੱਕ ਕਰੋ ਜੀ। ਐਂਡ ਜੇ ਕੰਸਲਟੈਂਟ ਲਾਇਰ ਦੀ ਸਲਾਹ ਲਿੱਤੀ ਸੀਗੀ ਤੇ ਚੈੱਕ ਵਿਦ them ਐਜ਼ ਵੈਲ ਬਿਕੋਜ਼ ਫਾਈਲ ਨੰਬਰਸ ਇਸ਼ੂ ਹੋ ਰਹੇ ਨੇ ਜੀ। ਤੇ ਇਸ ਤੋਂ ਬਾਅਦ ਸੀ ਬ੍ਰਾਹਮਚੰਦ ਤੋਂ ਕਾਲ ਆਈ ਸੀ, ਉਹਨਾਂ ਨੇ ਕਿਹਾ ਸੀ ਕਿ ਸੁਪਰ ਵੀਜ਼ਾ ਉਹਨਾਂ ਨੇ ਇੰਡੀਆ ਤੋਂ ਉਹਨਾਂ ਦੀ ਮਦਰ ਦਾ ਲੱਗਿਆ ਸੀ, 2 ਸਾਲ ਹੋ ਗਏ ਇੱਥੇ ਰਹਿੰਦੇ ਨੂੰ, ਕਿ ਇੱਕ ਵਾਰੀ ਅਮਰੀਕਾ ਐਗਜ਼ਿਟ ਕਰਕੇ ਵਾਪਸ ਕੈਨੇਡਾ ਆ ਸਕਦੇ ਨੇ ਜਾਂ ਉਹਨਾਂ ਨੂੰ ਇੰਡੀਆ ਹੀ ਜਾਣਾ ਪਏਗਾ? ਤਰਨ ਜੀ ਪਹਿਲੀ ਗੱਲ ਤੇ ਉਹਨਾਂ ਨੂੰ ਇਵਨ ਯੂਐਸਏ ਜਾਣ ਦੀ ਲੋੜ ਨਹੀਂ, ਉਹਨਾਂ ਦੀ ਐਕਸਟੈਂਸ਼ਨ ਵਿਦ ਇਨ ਕੈਨੇਡਾ ਪੋਸੀਬਲ ਹੈਗੀ ਹੈ। ਐਂਡ ਜੇ ਉਹਨਾਂ ਨੂੰ ਹੈਲਪ ਚਾਹੀਦੀ ਹੈ ਦੇ ਕੈਨ ਆਲਵੇਸ ਕੰਟੈਕਟ ਆਵਰ ਆਫਿਸ ਐਂਡ ਵੀ ਕੈਨ ਅਸਿਸਟ them। ਟੋਰਾਂਟੋ ਤੋਂ ਨੈਕਸਟ ਕਾਲ ਆਈ ਸੀ ਸਰ, ਉਹ ਪੁੱਛ ਰਹੇ ਨੇ ਕਿ ਸਪਾਊਸ ਕੇਸਿਸ ਦੇ ਬਾਰੇ ਜਾਣਨਾ ਚਾਹੁੰਦੇ ਨੇ ਕਿ ਕਦੋਂ ਓਪਨ ਹੋਣਗੇ। ਤਰਨ ਜੀ ਸਪਾਊਜ਼ਲ ਐਪਲੀਕੇਸ਼ਨਸ ਇੰਡੀਆ ਤੋਂ ਆਂਟੀ ਹੋਣੀ ਗੱਲ ਕਰਦੇ ਸੀਗੇ ਮੇਰੇ ਖਿਆਲ, ਐਂਡ ਸ਼ੀ ਮੈਂਸ਼ਨਡ ਕਿ ਇੰਡੀਆ ਤੋਂ ਐਪਲੀਕੇਸ਼ਨਾਂ ਕਦੋਂ ਖੁੱਲ ਰਹੀਆਂ ਹੈਗੀਆਂ। ਬਿਲਕੁਲ ਜੀ ਐਪਲੀਕੇਸ਼ਨਾਂ ਪ੍ਰੋਸੈਸ ਹੋ ਰਹੀਆਂ ਹੈਗੀਆਂ, ਸ਼ੁਰੂ ਹੋ ਗਈਆਂ। ਸੋ ਓਨਲੀ ਥਿੰਗ ਇਜ਼ ਕਿ ਅੱਜ ਜਿਸ ਤਰ੍ਹਾਂ ਹੀ ਟਰੈਵਲ ਰਿਸਟ੍ਰਿਕਸ਼ਨਸ ਖਤਮ ਹੁੰਦੀਆਂ ਤੇ ਉਸ ਹਿਸਾਬ ਨਾਲ ਜਲਦੀ ਵੀਜ਼ਾਜ਼ ਇਸ਼ੂ ਹੋਣੇ ਸ਼ੁਰੂ ਹੋ ਜਾਣਗੇ, ਜਾਂ ਜਿਹੜੀਆਂ ਫਾਰਮੈਲਿਟੀਜ਼ ਰਹਿ ਗਈਆਂ ਹੈਗੀਆਂ ਫਾਈਲਸ ਦੇ ਉੱਤੇ ਆਫਿਸਰਸ ਵੁੱਡ ਬੀ ਡੂਇੰਗ ਇਟ ਨਾਓ। ਬਟ ਯੈਸ ਕੰਮ ਹੋ ਰਿਹਾ ਜੀ ਇਸ ਟਾਈਮ ਤੇ ਇੰਡੀਆ ਤੋਂ ਸਪਾਊਜ਼ਲ ਐਪਲੀਕੇਸ਼ਨ ਦੇ ਉੱਤੇ, ਐਂਡ ਹੋਪਫੁਲੀ ਤੁਹਾਡੇ ਕੇਸ ਦੇ ਵਿੱਚ ਵੀ ਯੂ ਵਿਲ ਹੀਅਰ ਸਮ ਗੁੱਡ ਨਿਊਜ਼ ਸੂਨ। ਜੀ ਕੈਲਗਰੀ ਤੋਂ ਕਾਲ ਆਈ ਸੀ ਦਸੰਬਰ 2 ਦੇ ਵਿੱਚ, ਉਹ ਕਹਿੰਦੇ ਸੀਗੇ ਕਿ ਉਹ ਕੈਨੇਡਾ ਆਏ ਸੀ, ਜਨਵਰੀ ਦੇ ਵਿੱਚ ਸੁਪਰ ਵੀਜ਼ਾ ਉਹਨਾਂ ਦਾ ਖਤਮ ਹੋ ਰਿਹਾ ਸੀ ਤੇ ਉਹਨਾਂ ਨੇ ਉਸ ਤੋਂ ਬਾਅਦ ਉਹਨੂੰ ਦੁਬਾਰਾ ਅਪਲਾਈ ਕੀਤਾ ਹੈ, ਅਜੇ ਤੱਕ ਕੋਈ ਰਿਪਲਾਈ ਨਹੀਂ ਆਇਆ। ਤੇ 2018 ਚ ਉਹਨਾਂ ਨੇ ਪੀਆਰ ਫਾਈਲ ਲਗਾਈ ਸੀ, ਉਹਦਾ ਵੀ ਅਜੇ ਕੋਈ ਰਿਪਲਾਈ ਨਹੀਂ ਆਇਆ। ਜਿਹੜੇ ਕੰਸਲਟੈਂਟ ਤੋਂ ਸਲਾਹ ਲਿੱਤੀ ਸੀਗੀ ਜਾਂ ਜਿਹੜੇ ਲਾਇਰ ਦੀ ਹੈਲਪ ਲਿੱਤੀ ਸੀਗੀ, ਚੈੱਕ ਵਿਦ them because they would be able to give you much more updated information। ਦੂਜੀ ਗੱਲ 18 ਵਾਲੀਆਂ ਐਪਲੀਕੇਸ਼ਨ ਭੈਣ ਜੀ ਤੁਸੀਂ ਇੱਕ ਚੀਜ਼ ਤਾਂ ਯਾਦ ਰੱਖੋ ਕਿ ਪਿਛਲੇ 1.25 ਸਾਲ ਦੇ ਵਿੱਚ ਕੋਈ ਕੰਮ ਨਹੀਂ ਹੋਇਆ। ਇਮੀਗ੍ਰੇਸ਼ਨ ਜਿਸ ਤਰ੍ਹਾਂ ਕੰਮ ਕਰਨਾ ਚਾਹੁੰਦੀ ਸੀਗੀ ਜਾਂ ਆਫਿਸਰ ਜੋ ਟਾਰਗੇਟ ਸੀਗੇ they were unable to achieve because travel restrictions ਪੈਂਡੈਮਿਕ ਨੇ ਹਰ ਚੀਜ਼ ਸਟੈਂਡ ਸਟਿਲ ਕਰ ਦਿੱਤੀ ਸੀ। ਸੋ ਮਾਰਚ ਦੀ ਪਿਛਲੀ ਸੈਕੰਡ ਵੀਕ 2020 ਤੋਂ ਬਾਅਦ ਹਾਲੇ ਤੱਕ ਕੋਈ ਮੂਵਮੈਂਟ ਇਸ ਤਰ੍ਹਾਂ ਖਾਸ ਨਹੀਂ ਹੋਈ। ਸੋ ਹੁਣ ਉਹ ਚੀਜ਼ਾਂ ਮੂਵ ਹੋਣੀਆਂ ਸ਼ੁਰੂ ਹੋਈਆਂ। ਹੋਪਫੁਲੀ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ 2018 ਵਾਲੀ ਦਾ ਵੀ ਤੁਹਾਨੂੰ ਕੁਝ ਨਾ ਕੁਝ ਜਵਾਬ ਜਲਦੀ ਆਉਣਾ ਚਾਹੀਦਾ ਹੈਗਾ। ਦੂਜੀ ਗੱਲ ਆ ਗਈ ਕਿ ਸੁਪਰ ਵੀਜ਼ਾ ਤੁਹਾਡਾ ਐਕਸਪਾਇਰ ਹੋ ਗਿਆ ਸੀਗਾ। ਇੱਕ ਮਿੰਟ ਲਈ ਹੋਲਡ ਕਰਿਓ, 1 ਮਿੰਟ ਲਈ ਹੋਲਡ ਕਰਿਓ ਜੀ ਸਰ। ਤਰਨ ਇਹਨਾਂ ਨੇ ਇੱਕ ਚੀਜ਼ ਹੋਰ ਕਹੀ ਸੀਗੀ ਕਿ ਜਿਹੜਾ ਸੈਪਟੈਂਬਰ ਸੁਪਰ ਵੀਜ਼ਾ ਇਹਨਾਂ ਦਾ ਐਕਸਪਾਇਰ ਹੋ ਗਿਆ ਸੀਗਾ ਸ਼ਾਇਦ, ਰਾਈਟ? ਜੀ ਬਿਲਕੁਲ। ਤੇ ਜੇ ਸੁਪਰ ਵੀਜ਼ਾ ਐਕਸਪਾਇਰ ਹੋ ਗਿਆ ਸੀਗਾ ਤੇ ਉਹ ਸੁਪਰ ਵੀਜ਼ਾ ਨਵਾਂ ਜਿਹੜਾ ਹੈਗਾ ਉਹ ਇੰਡੀਆ ਤੋਂ ਹੀ ਇਸ਼ੂ ਕੀਤਾ ਜਾਏਗਾ। ਹਾਂ ਐਕਸਟੈਂਸ਼ਨ ਜ਼ਰੂਰ ਤੁਸੀਂ ਥੋੜੇ ਚਿਰ ਵਾਸਤੇ ਲੈ ਸਕਦੇ ਜੀ। ਸਰ ਕਾਲਰ ਜੁੜ ਗਏ ਨੇ। ਹਾਂਜੀ ਸਰ ਦੱਸੋ ਜੀ ਕੀ ਪੁੱਛਣਾ ਚਾਹੁੰਦੇ ਸੀ? ਹਾਂਜੀ ਮੈਂ ਆਪਣੇ ਮਦਰ ਬਾਰੇ ਹੁਣੀ ਜਿਹੜਾ ਕੁਐਸਚਨ ਪੁੱਛਿਆ ਸੀ ਜੀ ਐਗਜ਼ਿਟ ਵਾਸਤੇ, ਜਿਹੜਾ ਕਿ ਉਹ ਯੂਐਸ ਐਗਜ਼ਿਟ ਕਰ ਸਕਦੇ ਕਿ ਨਹੀਂ ਕਰ ਸਕਦੇ। ਮੈਂ ਜੇ ਉਹਨਾਂ ਦੇ ਐਕਸਟੈਂਸ਼ਨ ਮਿਲ ਵੀ ਜਾਂਦੀ ਹੈ ਜੀ, ਸਪੋਜ਼ ਉਸ ਤੋਂ ਬਾਅਦ ਜੇ ਉਹਨਾਂ ਨੇ ਐਗਜ਼ਿਟ ਦਿਖਾਣਾ ਹੋਵੇ ਤੇ ਉਹਨਾਂ ਨੂੰ ਐਗਜ਼ਿਟ ਇੰਡੀਆ ਜਾਣਾ ਹੀ ਜ਼ਰੂਰੀ ਹੈ ਜੀ, ਜਾਂ ਉਹ ਅਮਰੀਕਾ ਦਾ ਐਗਜ਼ਿਟ ਵੀ ਦਿਖਾ ਸਕਦੇ ਹਨ? ਕਿਉਂਕਿ ਮੇਰਾ ਉੱਥੇ ਬ੍ਰਦਰ ਰਹਿੰਦਾ ਹੈਗਾ ਤਾਂ ਸਾਨੂੰ ਉੱਥੇ ਜਾਣ ਵਾਸਤੇ ਸੌਖਾ ਰਹੇਗਾ ਜੀ ਕਿ ਉਹ ਉੱਥੇ ਹਫਤਾ 10 ਦਿਨ ਜਾਂ ਜਿੰਨਾ ਵੀ ਟਾਈਮ ਹੈਗਾ ਲਗਾ ਕੇ ਆਪਣਾ ਕੈਨੇਡਾ 'ਚ ਵਾਪਸ ਆ ਜਾਣ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਕਾਲ ਕਰਨ ਲਈ। ਥੈਂਕ ਯੂ ਜੀ। ਸਰ ਇੱਕ ਕਾਲਰ ਹੋਰ ਜੁੜ ਗਏ ਨੇ, ਉਹਨਾਂ ਦਾ ਵੀ ਸਵਾਲ ਲੈ ਲਈਏ ਪਹਿਲਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? हाँ मेरी लड़की है ना इंडिया का, तो ਉਹਨੂੰ ਵੀਜ਼ਾ ਲੱਗਿਆ, ਲੜਕਾ ਔਰ ਲੜਕੀ, ਮੇਰੀ ਲੜਕੀ ਦਾ ਲੜਕਾ ਔਰ ਲੜਕੀ ਨੂੰ ਵੀਜ਼ਾ ਲੱਗ ਗਿਆ, ਪਰ ਉਹਦਾ ਜਿਹੜਾ ਪਾਸਪੋਰਟ ਨਾ ਲੜਕੇ ਦਾ ਉਹ ਅਗਲੇ ਸਾਲ ਦੀ ਜੂਨ ਦੇ ਵਿੱਚ ਖਤਮ ਹੋਣੇ ਵਾਲਾ, ਤੇ ਕਿਆ ਉਹ ਆ ਸਕਦਾ ਵਿਜ਼ਿਟ ਵੀਜ਼ੇ ਤੇ ਹੀ ਲਾਏ ਦੀ ਫਾਈਲ? ਜੀ 1 ਮਿੰਟ ਲਈ ਤੁਸੀਂ ਹੋਲਡ ਕਰਿਓ। ਮਨੂ ਦੱਤਾ ਜੀ ਤੁਹਾਨੂੰ ਸਵਾਲ ਸਮਝ ਆ ਗਿਆ? ਤਰਨ ਥੋੜਾ ਜਿਹਾ ਰਿਪੀਟ ਕਰ ਦੇਣਾ ਤੇ ਅਸੀਂ ਆਨਸਰ ਆਨਲਾਈਨ ਦੇ ਦੇਵਾਂਗੇ ਜੀ। ਉਹਨਾਂ ਨੇ ਪੁੱਛਿਆ ਹੈ ਕਿ ਉਹਨਾਂ ਦੀ ਲੜਕੀ ਤੇ ਲੜਕੀ ਦਾ ਲੜਕਾ ਦੋਵਾਂ ਨੂੰ ਵਿਜ਼ਟਰ ਵੀਜ਼ਾ ਤੇ ਇੱਥੇ ਬੁਲਾਉਣਾ ਚਾਹੁੰਦੇ ਸੀ, ਵੀਜ਼ਾ ਲੱਗਿਆ ਹੋਇਆ, ਪਰ ਜਿਹੜਾ ਉਹਨਾਂ ਦਾ ਦੋਤਾ ਆ ਉਹਦਾ ਪਾਸਪੋਰਟ ਜਨਵਰੀ ਦੇ ਵਿੱਚ ਖਤਮ ਹੋਣ ਵਾਲਾ ਆ, ਸੋ ਮਈ ਦੇ ਵਿੱਚ ਖਤਮ ਹੋਣ ਵਾਲਾ ਹੈ, ਤਾਂ ਕੀ ਉਹ ਆ ਸਕਦੇ ਨੇ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਤੁਸੀਂ ਕਾਲ ਕੀਤੀ ਹੈ, ਟੀਵੀ ਤੇ ਆਨਸਰ ਸੁਣ ਲਓ। ਸਰ ਇਸ ਤੋਂ ਪਹਿਲਾਂ ਜਿਨ੍ਹਾਂ ਨੇ ਆਪਣੀ ਮਦਰ ਦੇ ਬਾਰੇ ਪੁੱਛਿਆ ਸੀ ਕਿ ਯੂਐਸ ਐਗਜ਼ਿਟ ਕਰਨਾ ਚਾਹੁੰਦੇ ਨੇ, ਸੋ ਉਹਦੀ ਆਪਾਂ ਰਿਪਲਾਈ ਕਰ ਦਈਏ।
ਬਿਲਕੁਲ ਜੀ। ਤਰਨ ਜੀ, ਯੂਐਸ ਪੋਸੀਬਲ ਹੈਗਾ ਜੇ ਯੂਐਸ ਉਹ 2-3 ਹਫ਼ਤੇ ਰਹਿ ਕੇ ਆਉਂਦੇ ਆ ਤੇ ਵਾਪਸ ਪੋਰਟ ਆਫ ਐਂਟਰੀ ਤੇ ਉਹਨਾਂ ਨੂੰ ਦੁਬਾਰਾ ਆਪਣਾ ਇੰਸ਼ੋਰੈਂਸ ਜ਼ਰੂਰ ਪ੍ਰੈਜ਼ੈਂਟ ਕਰ ਦੇਣ ਤੇ ਸ਼ੀ ਵੁੱਡ ਬੀ ਏਬਲ ਟੂ ਗੈਟ ਅ 2 year ਸਟੇ ਜੀ। ਤੇ ਉਸ ਤੋਂ ਬਾਅਦ ਸਰ ਜਿਨ੍ਹਾਂ ਨੇ ਹੁਣੀ ਪੁੱਛਿਆ ਵਿਜ਼ਟਰ ਵੀਜ਼ਾ ਵਾਲੇ ਕਿ ਪਾਸਪੋਰਟ ਐਕਸਪਾਇਰ ਹੋਣ ਜੀ। ਵਾਲਾ ਮਈ ਦੇ ਵਿੱਚ, ਬਿਲਕੁਲ, ਜਦੋਂ ਵੀ ਤਰਨ ਜੀ ਕਿਸੇ ਨੇ ਟਰੈਵਲ ਕਰਨਾ ਹੁੰਦਾ ਤੇ 6 ਮਹੀਨੇ ਦਾ ਘੱਟੋ ਘੱਟ ਵੈਲਿਡਿਟੀ ਤੁਹਾਡੇ ਪਾਸਪੋਰਟ ਦੀ ਜ਼ਰੂਰ ਹੋਣੀ ਚਾਹੀਦੀ ਹੈ। ਵਿਦਆਊਟ ਜੇ 6 ਮਹੀਨੇ ਤੋਂ ਘੱਟ ਹੈਗੀ ਤੇ ਤੁਹਾਡਾ ਟਰੈਵਲ ਪੋਸੀਬਲ ਕਈ ਵਾਰੀ ਇਸ਼ੂ ਨਹੀਂ ਹੋ ਸਕਦਾ। ਸੋ ਜੇ ਹਾਲੇ ਤੇ ਉਹਨਾਂ ਦੇ 6 ਮਹੀਨੇ ਤੋਂ ਵੱਧ ਹੈਗੇ ਨੇ, ਹਾਲੇ ਟਰੈਵਲ ਕਰ ਸਕਦੇ ਨੇ, ਬਟ ਜੇ ਰਿਨਿਊਅਲ ਕਰਾ ਸਕਦੇ ਨੇ ਦੈਟ ਵੁੱਡ ਬੀ ਬੈਟਰ ਐਡਵਾਂਟੇਜ ਫॉर them ਜੇ ਉਹ 6 ਮਹੀਨੇ ਤੋਂ ਵੱਧ ਰਹਿਣਾ ਚਾਹੁੰਦੇ। ਜੀ। ਤੇ ਸਰ ਆਪਾਂ ਆਪਣੇ ਟੌਪਿਕ ਦੇ ਉੱਤੇ ਵਾਪਸ ਆਈਏ। ਜਿਨ੍ਹਾਂ ਨੇ ਯੂਐਸ ਟੂ ਕੈਨੇਡਾ ਮੂਵ ਕਰਨਾ ਚਾਹੁੰਦੇ ਨੇ, ਇਸ ਵਕਤ ਯੂਐਸ ਦੇ ਵਿੱਚ ਕੋਈ ਸਕੋਪ ਨਹੀਂ ਬਣ ਰਿਹਾ, ਕੀ ਪੋਸੀਬਿਲਿਟੀਜ਼ ਹੈਗੀਆਂ ਨੇ ਜਾਂ ਕੀ ਚੇਂਜਸ ਹੋ ਸਕਦੇ ਆ, ਕੀ ਉਹ ਕਰ ਸਕਦੇ ਆ? ਤਰਨ ਕੱਲਾ ਯੂਐਸ ਹੀ ਨਹੀਂ, ਅੱਜ ਦੀ ਤਰੀਕ ਦੇ ਵਿੱਚ ਈਵਨ ਯੂਏਈ ਤੋਂ ਮਿਡਲ ਈਸਟ ਤੋਂ ਬਹੁਤ ਸਾਰੇ ਲੋਕੀ, ਬਿਕੋਜ਼ ਜਦੋਂ 40 ਕ੍ਰਾਸ ਕਰ ਜਾਂਦੇ ਨੇ ਤਾਂ ਉਹਨਾਂ ਨੂੰ ਬੱਚਿਆਂ ਦੀ ਫਿਕਰ ਸ਼ੁਰੂ ਹੋ ਜਾਂਦੀ ਹੈਗੀ। ਐਂਡ ਯੂਐਸ ਦੇ ਵਿੱਚ ਆ ਕੇ ਸਭ ਤੋਂ ਵੱਡਾ ਜਿਹੜਾ ਇਸ਼ੂ ਹੈਗਾ ਕਿ ਗ੍ਰੀਨ ਕਾਰਡ ਐਂਡ ਜਿਹੜੀ ਪਰਮਨੈਂਟ ਰੈਜ਼ੀਡੈਂਸੀ ਹੈਗੀ ਹੈ, ਸਿਟੀਜ਼ਨਸ਼ਿਪ ਹੈਗੀ ਹੈ, ਉਹ ਬੜੀ ਦੂਰ ਨਜ਼ਰ ਆਉਂਦੀ ਹੈ। ਕਈ ਵਾਰੀ ਉਹ ਕਈ ਸਾਲ ਉਹਨਾਂ ਨੂੰ ਗ੍ਰੀਨ ਕਾਰਡ ਵੀ ਨਜ਼ਰ ਨਹੀਂ ਆਉਂਦਾ। ਸੋ ਯੈਸ, ਯੂਐਸ ਦੇ ਵਿੱਚ ਆ ਜਿਹੜੀ ਕਹਿੰਦੇ ਆ ਨਾ ਅਨਸਰਟੇਨਿਟੀ, ਇਹ ਕਾਫੀ ਤੰਗ ਕਰਦੀ ਹੈਗੀ ਹੈ। ਤੇ ਯੈਸ, ਬਿਲਕੁਲ ਕੈਨੇਡਾ ਦੇ ਵਿੱਚ ਕਾਫੀ ਸਾਰੇ ਆਪਸ਼ਨਸ ਐਗਜ਼ਿਸਟ ਕਰਦੀਆਂ ਜੀ ਤੁਹਾਡੇ ਵਾਸਤੇ। ਸਰ ਆਪਸ਼ਨਸ ਦੇ ਬਾਰੇ ਜੀ, ਆਪਸ਼ਨਸ ਦੇ ਬਾਰੇ ਆਪਾਂ ਗੱਲ ਕਰਾਂਗੇ। ਪਹਿਲਾਂ ਇੱਕ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਜੀ। ਮੇਰਾ ਸਵਾਲ ਇਹ ਹੈ ਜੀ, ਮੇਰੀ ਅਜੇ ਗ੍ਰੈਜੂਏਸ਼ਨ ਹੋਈ ਹੈ ਜੀ ਤੇ ਮੈਂ ਹੁਣੇ ਅੱਜ ਇੱਕ ਦੇਖੀ ਸੀ ਨਿਊਜ਼ ਕਿ ਇੰਟਰਨੈਸ਼ਨਲ ਗ੍ਰੈਜੂਏਟ ਸਟਰੀਮ ਖੁੱਲੇ ਜਿਹੜੇ ਮਤਲਬ ਪੀਐਨਪੀ ਦੇ, ਇਹ ਕੀ ਸੱਚ ਹੈ ਜੀ? ਤੇ ਮਤਲਬ ਮੇਰੇ ਹੁਣ ਮੈਂ ਲਾ ਸਕਦਾ, ਮੇਰੇ ਕੋਲ ਜੌਬ ਵੀ ਹੈ ਪਰ ਆਇਲਸ ਵੀ ਹੈ, ਪਰ ਉਹ ਚ ਥੋੜੇ ਘੱਟ ਬੈਂਡ ਨੇ, ਮੇਰੀ ਪੀਐਨਪੀ ਲੱਗ ਸਕਦੀ ਹੈ ਕਿ ਨਹੀਂ? 1 ਮਿੰਟ ਲਈ ਹੋਲਡ ਕਰਿਓ ਸਰ, ਤੁਹਾਨੂੰ ਸਵਾਲ ਸਮਝ ਆ ਗਿਆ? ਕੁਝ ਪੁੱਛਣਾ ਜਾਂ ਆਨਸਰ ਦਈਏ? ਹਾਂਜੀ ਬਿਲਕੁਲ, ਇਹਨਾਂ ਦਾ ਸਵਾਲ ਸਮਝ ਆ ਗਿਆ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਜੀ। ਸਰ ਪਹਿਲਾਂ ਆਪਾਂ ਇਹਨਾਂ ਦਾ ਜਵਾਬ ਹੀ ਦੇ ਦਈਏ। ਓਕੇ ਤਰਨ ਜੀ, ਅੱਜ ਓਨਟਾਰੀਓ ਪੀਐਨਪੀ ਨੇ ਡਰਾਜ਼ ਬਿਲਕੁਲ ਲਿੱਤੇ ਨੇ ਜੀ, ਐਂਡ ਹਿਊਮਨ ਕੈਪੀਟਲ ਪ੍ਰਾਇੋਰਟੀ ਸਟਰੀਮ ਦੇ ਵਿੱਚ ਲਿੱਤੇ ਨੇ, ਬਟ ਇਹਦੇ ਵਿੱਚ ਕੁਝ ਪਾਰਟਿਕੂਲਰ ਆਕੂਪੇਸ਼ਨ ਸੀਗੀਆਂ ਜਿਨ੍ਹਾਂ ਦੇ ਵਿੱਚ ਐਪਲੀਕੇਸ਼ਨਸ ਐਕਸੈਪਟ ਕੀਤੀਆਂ ਗਈਆਂ। ਖਾਸ ਕਰ ਬੈਂਕਿੰਗ ਐਂਡ ਇਨਵੈਸਟਮੈਂਟ ਮੈਨੇਜਰ ਸੀਗੇ, ਐਡਵਰਟਾਈਜ਼ਿੰਗ ਮਾਰਕੀਟਿੰਗ ਮੈਨੇਜਰ ਸੀਗੇ, ਬਿਜ਼ਨਸ ਮੈਨੇਜਰ ਸੀਗੇ, ਕਾਰਪੋਰੇਟ ਸੇਲਸ ਮੈਨੇਜਰ ਸੀਗੇ, ਫਾਈਨੈਂਸ਼ੀਅਲ ਆਡੀਟਰਸ, ਫਾਈਨੈਂਸ਼ੀਅਲ ਐਨਾਲਿਸਟ, ਹਿਊਮਨ ਰਿਸੋਰਸ ਪ੍ਰੋਫੈਸ਼ਨਲ ਸੀਗੇ, ਮੈਨੇਜਮੈਂਟ ਕੰਸਲਟੈਂਟ ਸੀਗੇ, ਰਜਿਸਟਰਡ ਨਰਸਿਸ ਸੀਗੀਆਂ ਇਹਦੇ ਵਿੱਚ, ਐਂਡ ਡਿਵੈਲਪਮੈਂਟ ਆਫਿਸਰ ਸੀਗੇ। ਸੋ ਇਹ ਆਕੂਪੇਸ਼ਨਸ ਸੀਗੇ ਜਿਨ੍ਹਾਂ ਦੇ ਵਿੱਚ ਐਪਲੀਕੇਸ਼ਨਸ ਅੱਜ ਪ੍ਰੋਸੈਸ ਕੀਤੀਆਂ ਗਈਆਂ ਜੀ। ਤਕਰੀਬਨ 1000 ਐਪਲੀਕੇਸ਼ਨਸ ਅੱਜ ਇਨਵੀਟੇਸ਼ਨ ਦਿੱਤੇ ਗਏ ਨੇ। ਬਿਲਕੁਲ ਜੀ, ਆਪਸ਼ਨਸ ਕਾਫੀ ਸਾਰੀਆਂ ਐਗਜ਼ਿਸਟ ਕਰਦੀਆਂ, ਬਟ ਮੈਂ ਹਮੇਸ਼ਾ ਕਹਿੰਦਾ ਸਟੂਡੈਂਟਸ ਨੂੰ ਕਿ ਪਹਿਲੇ ਤਾਂ ਜਿੱਥੇ ਵੀ ਤੁਸੀਂ ਕੰਮ ਕਰ ਰਹੇ ਹੋ ਪੂਰੀ ਸਿੰਸੀਅਰਿਟੀ ਐਂਡ ਓਨੈਸਟੀ ਨਾਲ ਕੰਮ ਕਰੋ, ਆਪਣੇ ਇੰਪਲੋਇਰ ਨਾਲ ਪੂਰੇ ਸਿੰਸੀਅਰ ਹੋ ਕੇ ਕੰਮ ਕਰੋ। ਦੂਸਰੀ ਚੀਜ਼ ਸਭ ਤੋਂ ਇੰਪੋਰਟੈਂਟ ਹੈਗੀ ਹੈ ਕਿ ਜੇ ਤੁਹਾਨੂੰ ਇੰਪਲੋਇਰ ਤੁਹਾਡਾ LMIA ਵਾਸਤੇ ਹੈਲਪ ਕਰਦਾ ਹੈ ਤੇ ਦੈਟ ਵਿਲ ਡੈਫੀਨਿਟਲੀ ਬੀ ਹੈਲਪਫੁਲ। ਐਂਡ ਇੱਕ ਚੀਜ਼ ਹੋਰ ਯਾਦ ਰੱਖਿਆ ਜਾਏ ਕਿ ਆ ਜਿਹੜਾ 300 400 ਤੋਂ ਥੱਲੇ ਇਸ ਟਾਈਮ ਡਰਾਜ਼ ਜਾ ਰਹੇ ਨੇ ਜਾਂ 75 ਵਾਲੇ ਡਰਾਜ਼ ਸੀਗੇ, ਇਹ ਅੱਗੇ ਬਹੁਤ ਸਾਰੇ ਆਪਸ਼ਨ ਹੋ ਸਕਦਾ ਤੁਹਾਡੇ ਕੋਲ ਨਾ ਆਉਣ, ਬਿਕੋਜ਼ ਜੇ ਆ ਰਿਸਟ੍ਰਿਕਸ਼ਨਸ ਖਤਮ ਹੋ ਜਾਂਦੀਆਂ, CEC ਤੋਂ ਫੋਕਸ ਹਟ ਕੇ ਫਿਰ ਵਾਪਸ ਫੋਰਨ ਐਪਲੀਕੈਂਟਸ ਦੇ ਉੱਤੇ ਜਾਂ ਮੈਰਿਟ ਦੇ ਉੱਤੇ ਚਲਾ ਜਾਏਗਾ। ਉੱਥੇ ਮੈਰਿਟ ਦੇ ਉੱਤੇ ਉਹੀ ਐਪਲੀਕੈਂਟਸ ਪਿਕ ਹੋਣਗੇ ਜਿਨ੍ਹਾਂ ਦਾ ਸਕੋਰ 475 ਦੇ ਆਸ-ਪਾਸ ਜਾਂ ਘੱਟੋ ਘੱਟ ਹੋਏਗਾ। ਸੋ ਆਪਣੀਆਂ ਆਪਸ਼ਨਸ ਦੇਖੋ, ਆਪਣੇ ਵਾਸਤੇ ਦੇਖੋ ਕਿ ਕਿਹੜਾ PNP ਪ੍ਰੋਗਰਾਮ। ਅੱਜ ਦੇ 2 ਮਹੀਨੇ ਜਿਹੜੇ ਪਿਛਲੇ ਨਿਕਲ ਗਏ ਉਹਨਾਂ ਨੂੰ ਦੇਖ ਕੇ ਆਪਣਾ ਪਲਾਨ ਨਾ ਕਰੋ, ਆਪਣਾ ਕੈਰੀਅਰ ਪਲਾਨ ਇਟ ਆਊਟ ਦੈਟ ਵੇ ਕਿ ਜਿੱਥੇ ਆਉਣ ਵਾਲੇ ਸਾਲ ਤੋਂ ਬਾਅਦ ਵੀ ਤੁਸੀਂ PR ਵਾਸਤੇ ਕੁਆਲੀਫਾਈ ਹੁੰਦੇ ਹੋ। ਸੋ ਉਹਦੇ ਵਾਸਤੇ ਤੁਸੀਂ ਕਿਸੇ ਕੰਸਲਟੈਂਟ ਲਾਇਰ ਨਾਲ ਬੈਠ ਕੇ ਡਿਸਕਸ ਕਰ ਸਕਦੇ ਹੋ ਆਪਣੀ ਆਪਸ਼ਨਸ, ਜਾਂ ਕਿਸੇ ਸਿਆਣੇ ਬੰਦੇ ਨਾਲ ਜਿਹਨੂੰ ਇਮੀਗ੍ਰੇਸ਼ਨ ਦੇ ਬਾਰੇ ਪਤਾ ਹੈਗਾ, ਉਹ ਤੁਹਾਨੂੰ ਗਾਈਡ ਕਰ ਸਕਦਾ ਹੈਗਾ। ਐਂਡ ਡੂ ਨਾਟ ਟੇਕ ਸ਼ਾਰਟ ਟਰਮ ਡਿਸੀਜ਼ਨ। ਜਦੋਂ ਵੀ ਡਿਸੀਜ਼ਨ ਲਓ ਆਹ ਸੋਚ ਕੇ ਲਓ ਕਿ ਮੈਂ ਪਰਮਾਨੈਂਟ ਰੈਜ਼ੀਡੈਂਸੀ ਲੈਣੀ ਹੈਗੀ ਹੈ, ਐਂਡ ਪਿਛਲੇ ਜਿਹੜੇ 2 ਮਹੀਨੇ ਦੇ ਜਾਂ 3 ਮਹੀਨੇ ਦੇ ਸਕੋਰ ਸੀਗੇ, ਡਰਾਅ ਸੀਗੇ, ਉਹਨਾਂ ਨੂੰ ਦੇਖ ਕੇ ਨਾ ਜੱਜ ਕਰੋ ਸਾਰੀ ਚੀਜ਼ਾਂ ਜੀ। ਸਰ ਇਹਦੇ ਨਾਲ ਰੈਲੇਵੈਂਟ ਇੱਕ ਸਵਾਲ ਹੈ, ਪਰ ਮੈਂ ਉਹ ਥੋੜਾ ਬਾਅਦ ਚੋਂ ਪੁੱਛਦੀ ਹਾਂ। ਪਹਿਲਾਂ ਆਪਾਂ US ਵਾਲੇ ਤੇ ਵਾਪਸ ਆਈਏ। ਜਿਹੜੇ ਤੁਸੀਂ ਆਪਸ਼ਨਸ ਦੀ ਗੱਲ ਕਰ ਰਹੇ ਸੀ, ਕੀ ਆਪਸ਼ਨਸ ਹੋ ਸਕਦੀਆਂ ਇੱਥੇ? ਤਰ੍ਹਾਂ ਜੀ ਆਪਸ਼ਨਸ ਬਹੁਤ ਸਾਰੀਆਂ ਐਗਜ਼ਿਸਟ ਕਰਦੀਆਂ ਜੀ। ਐਕਸਪ੍ਰੈਸ ਐਂਟਰੀ ਇਜ਼ ਵਨ ਆਪਸ਼ਨ, ਐਂਡ ਐਕਸਪ੍ਰੈਸ ਐਂਟਰੀ ਜੇ ਐਪਲੀਕੈਂਟ ਦੀ ਮਾਸਟਰਸ ਹੈਗੀ ਹੈ, 29 ਸਾਲ ਤੋਂ ਘੱਟ ਏਜ ਹੈਗੀ ਹੈ, ਆਈਲੈਟਸ ਦੇ ਵਿੱਚ 8777 ਹੈਗਾ, 3 ਸਾਲ ਦਾ ਐਕਸਪੀਰੀਅੰਸ ਹੈ, ਤਾਂ ਉਹ ਤੇ ਰਾਈਟ ਅਵੇ ਐਕਸਪ੍ਰੈਸ ਐਂਟਰੀ ਦੇ ਵਿੱਚ ਕੁਆਲੀਫਾਈ ਕਰ ਜਾਣਗੇ। ਬਟ ਜਿਨ੍ਹਾਂ ਦੀ ਏਜ 30 ਕ੍ਰਾਸ ਕਰ ਗਈ ਹੈਗੀ ਹੈ
ਜਾਂ ਮਾਸਟਰਸ ਨਹੀਂ ਹੈਗੀ ਤੇ ਉਹ ਐਪਲੀਕੇਸ਼ਨਸ ਵਿਦਆਊਟ ਜੌਬ ਆਫਰ ਪ੍ਰੋਸੈਸ ਹੋਣੀਆਂ ਮੁਸ਼ਕਲ ਹੋ ਜਾਣਗੀਆਂ ਜਾਂ ਪੀਐਨਪੀ ਤੋਂ ਬਿਨਾਂ ਪ੍ਰੋਸੈਸ ਹੋਣੀਆਂ ਮੁਸ਼ਕਲ ਹੋ ਜਾਣਗੀਆਂ। ਸੋ ਇਹੋ ਜਿਹੇ ਐਪਲੀਕੈਂਟਸ ਨੂੰ ਇੱਕੋ ਸੁਜੈਸ਼ਨ ਕਿ ਲੁੱਕ ਫॉर ਐਨ EMPLOYER ਜਿਹੜਾ ਤੁਹਾਨੂੰ ਜੌਬ ਆਫਰ ਦੇ ਵਿੱਚ ਜਾਂ ਹੈਲਪ ਕਰ ਸਕੇ, LMIA ਦੇ ਨਾਲ ਹੈਲਪ ਕਰ ਸਕੇ, ਉਹਨਾਂ ਨਾਲ ਇਹ ਆਪਸ਼ਨ ਤੁਹਾਡੇ ਵਾਸਤੇ ਵਰਕ ਹੋ ਸਕਦੀਆਂ। ਬਾਕੀ ਆਪਸ਼ਨਸ ਯੈਸ ਐਂਟਰਪ੍ਰੀਨਿਓਰ ਪ੍ਰੋਗਰਾਮਸ, PNP ਪ੍ਰੋਗਰਾਮਸ, ਸਟਾਰਟਅਪ ਵੀਜ਼ਾਸ, ਉਹ ਸਾਰੀ ਚੀਜ਼ਾਂ ਐਗਜ਼ਿਸਟ ਕਰਦੀਆਂ। ਤੁਸੀਂ ਕਿਸੇ ਵੀ ਚੀਜ਼ ਦੇ ਵਾਸਤੇ ਆਪਣੀ ਆਪਣੇ ਆਪ ਨੂੰ ਅਸੈਸ ਕਰਾਉਣਾ, ਐਵੈਲੂਏਟ ਕਰਵਾਉਣਾ ਹੈਗਾ ਤੇ ICC ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਐਂਡ ਵੀ ਵਿਲ ਬੀ ਏਬਲ ਟੂ ਅਸਿਸਟ ਯੂ ਐਂਡ ਗਾਈਡ ਯੂ ਵਿਦ ਆਲ ਸੱਚ ਇਨਫੋਰਮੇਸ਼ਨ। ਜੀ ਸਰ, ਜਿਵੇਂ ਹੁਣੀ ਸਵਾਲ ਆਇਆ ਸੀ ਇੰਟਰਨੈਸ਼ਨਲ ਗ੍ਰੈਜੂਏਟਸ ਦੇ ਲਈ ਤੇ ਉਹਦੇ ਵਿੱਚ ਤੁਸੀਂ ਦੱਸਿਆ ਕਿ ਕਿਹੜੇ ਇਸ ਵਕਤ PNB ਵਿੱਚ ਕੋਰਸਿਸ ਜਿਹੜੀ ਐਕੂਪੇਸ਼ਨ ਲਿਸਟ ਹੈ ਉਹ ਦੱਸੀ ਤੁਸੀਂ। ਸਰ ਜਿਵੇਂ ਹੁਣ ਇਹਦੇ ਵਿੱਚ ਤੁਸੀਂ ਦੱਸਿਆ ਕਿ ਲਿਸਟ ਵਿੱਚ ਕਾਫੀ ਜਿਹੜੀਆਂ ਨੇ ਨੌਕ A ਜਾਂ B ਦੀਆਂ ਜੌਬਸ ਹੋਣਗੀਆਂ, ਪਰ ਜਿਹੜੇ ਇਸ ਵਕਤ ਲੋ ਸਕਿਲਡ ਵਰਕਰਸ ਕੈਨੇਡਾ ਵਿੱਚ ਮੌਜੂਦ ਨੇ ਉਹਨਾਂ ਲਈ ਹੁਣ ਕੀ ਆਪਸ਼ਨਸ ਨੇ? ਤਰਨ ਜੀ ਬਿਲਕੁਲ ਜਿੰਨੇ ਵੀ ਇੰਡਸਟਰੀਜ਼ ਹੈਗੀਆਂ ਕੋਈ ਵੀ ਲੋ ਸਕਿਲਡ ਵਰਕਰਸ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦੀ, ਕੋਈ ਵੀ ਬਿਜ਼ਨਸ ਲੋ ਸਕਿਲਡ ਵਰਕਰ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦਾ। ਰੀਸੈਂਟਲੀ ਹੋਇਆ ਕੀ ਹੈਗਾ ਤਰਨ ਜੀ, ਇੱਕ ਸਟੱਡੀ ਆਈ ਹੈਗੀ ਹੈ, ਕੈਨੇਡੀਅਨ ਐਕਸਲੈਂਟ ਰਿਸਰਚ ਚੇਅਰ ਹੈਗੀ ਹੈ ਇਨ ਮਾਈਗ੍ਰੇਸ਼ਨ ਐਂਡ ਇੰਟੀਗ੍ਰੇਸ਼ਨ। ਸੋ ਇਹਨਾਂ ਨੇ ਇੱਕ ਸਟੱਡੀ ਅਪਡੇਟ ਕੀਤੀ ਹੈਗੀ ਹੈ ਕਿ ਕੋਈ ਵੀ ਇੰਡਸਟਰੀ ਬਿਨਾਂ ਲੋ ਸਕਿਲਡ ਵਰਕਰਸ ਦੇ ਜੌਬਸ ਤੋਂ ਬਿਨਾਂ ਕੁਆਲੀਫਾਈ ਨਹੀਂ ਕਰ ਸਕਦੀ, ਸਰਵਾਈਵ ਨਹੀਂ ਕਰ ਸਕਦੀ। ਹੁਣ ਉਹਨਾਂ ਨੇ ਇੰਡਸਟਰੀ ਕਿਹੜੀਆਂ ਪਿਕ ਕੀਤੀਆਂ? ਦੇ ਹੈਵ ਪਿਕਡ ਅਪ technically every industry, child care, family services, commercial transportation, food services, building construction, farming, ਹਰ occupation ਦੇ ਵਿੱਚ ਤੁਹਾਨੂੰ ਇਹੋ ਜਿਹੀਆਂ ਜੌਬਸ ਚਾਹੀਦੀਆਂ ਹੈਗੀਆਂ, ਫਾਰਮ ਲੇਬਰਸ, ਹਸਪੀਟਲ ਕਲੀਨਰਸ। ਹੁਣ ਤੁਹਾਨੂੰ ਐਸੈਂਸ਼ੀਅਲ ਦੇ ਵਿੱਚ, ਨਾਨ ਐਸੈਂਸ਼ੀਅਲ ਦੇ ਵਿੱਚ ਤੁਸੀਂ ਲਿਸਟ ਦੇਖੀ ਹੈਗੀ ਹੈ, ਹੈਲਥ ਕੇਅਰ ਤੋਂ ਬਿਨਾਂ ਜਿਹੜੀ ਲਿਸਟ ਹੈਗੀ ਉਹਦੇ ਵਿੱਚ ਤਕਰੀਬਨ ਇਹੋ ਜਿਹੇ ਸਾਰੇ ਆਕੂਪੇਸ਼ਨਸ ਐਗਜ਼ਿਸਟ ਕਰਦੇ ਨੇ ਤਰਨ ਜੀ। ਐਂਡ ਇਹ ਆਕੂਪੇਸ਼ਨਸ ਇੰਨੇ ਐਸੈਂਸ਼ੀਅਲ ਆਕੂਪੇਸ਼ਨਸ ਹੈਗੇ ਨੇ ਕਿ ਇਹਨਾਂ ਤੋਂ ਬਿਨਾਂ ਸਾਡਾ ਕੈਨੇਡੀਅਨ ਇਕਨੋਮੀ ਚੱਲਣੀ ਮੁਸ਼ਕਲ ਹੋ ਜਾਂਦੀ ਹੈਗੀ ਹੈ। ਸੋ ਐਸੇ ਵਾਸਤੇ ਇਹਨਾਂ ਲੋ ਸਕਿਲਡ ਆਕੂਪੇਸ਼ਨ ਦੇ ਉੱਤੇ ਫੋਕਸ ਕੀਤਾ ਜਾ ਰਿਹਾ ਐਂਡ ਕੀਤਾ ਵੀ ਜਾਏਗਾ। ਇਸ ਟਾਈਮ ਤੇ ਫੈਡਰਲ ਪ੍ਰੋਗਰਾਮ ਐਗਜ਼ਿਸਟ ਕਰ ਰਹੇ ਨੇ, PNP ਪ੍ਰੋਗਰਾਮ ਐਗਜ਼ਿਸਟ ਕਰ ਰਹੇ ਨੇ, ਇਨ ਡਿਮਾਂਡ ਕੈਟੇਗਰੀਜ਼ ਐਗਜ਼ਿਸਟ ਕਰ ਰਹੀਆਂ। ਤਾਂ ਹਰ ਪ੍ਰੋਵਿੰਸ ਨੇ ਤਕਰੀਬਨ ਇਹੋ ਜਿਹੀਆਂ ਆਪਸ਼ਨਸ ਰੱਖੀਆਂ ਹੋਈਆਂ ਤੇ ਇਹ ਆਪਸ਼ਨਸ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਨੰਬਰ ਵਧਣਗੇ ਇਹਨਾਂ ਦੇ ਵਿੱਚ ਰਿਕੁਆਇਰਮੈਂਟਸ ਦੇ। ਸੋ ਯੈਸ ਯੂ ਆਰ ਐਬਸੋਲੂਟਲੀ ਰਾਈਟ ਜੀ, ਇਹੋ ਜਿਹੀਆਂ ਆਕੂਪੇਸ਼ਨਸ ਲੋ ਸਕਿਲਡ ਤੋਂ ਬਿਨਾਂ ਅਸੀਂ ਕੈਨੇਡੀਅਨ ਇਕਨੋਮੀ ਸਰਵਾਈਵ ਕਰਨਾ ਮੁਸ਼ਕਿਲ ਹੈ ਜੀ। ਸਰ ਰਿਫਿਊਜੀਜ਼ ਦੇ ਬਾਰੇ ਵੀ ਆਪਾਂ ਜਾਣਕਾਰੀ ਜ਼ਰੂਰ ਲਈਏ। ਰਿਫਿਊਜੀਜ਼ ਦੀਆਂ ਵੀ ਕਈਆਂ ਨੇ ਐਪਲੀਕੇਸ਼ਨਸ ਲਗਾਈਆਂ ਹੋਈਆਂ ਸੀ, ਕੀ ਉਹ ਪ੍ਰੋਸੈਸ ਹੋ ਰਹੀਆਂ ਨੇ? ਕੋਈ ਰਿਫਿਊਜੀ ਕੇਸਿਸ ਦੇ ਉੱਤੇ ਨਵੀਂ ਅਪਡੇਸ਼ਨ? ਤਰਨ ਜੀ ਰਿਫਿਊਜੀ ਉੱਤੇ 2-3 ਅਪਡੇਟਸ ਹੈਗੀਆਂ। ਇੱਕ ਤਾਂ ਨਵੇਂ ਪ੍ਰੋਗਰਾਮ ਜੋ ਲਿਖੇ ਗਏ ਨੇ ਰਿਫਿਊਜੀਜ਼ ਵਾਸਤੇ, ਸੋ ਦੈਟ ਇਜ਼ ਦਾ ਫਰਸਟ 3 ਨਵੇਂ ਪ੍ਰੋਗਰਾਮ ਜੋ ਲਿਖੇ ਗਏ ਨੇ ਐਂਡ ਰਿਫਿਊਜੀਜ਼ ਨੂੰ ਇੱਥੇ ਲਿਆ ਕੇ ਸੈਟਲ ਕਰਨ ਵਾਸਤੇ। ਦੂਸਰੀ ਚੀਜ਼ ਹੈਗੀ ਜਿਹੜਾ ਪ੍ਰੋਸੈਸਿੰਗ ਟਾਈਮ ਹੈਗਾ ਉਹਦੇ ਤੇ ਕਿਹਾ ਜਾ ਰਿਹਾ ਕਿ ਹੁਣ ਪ੍ਰੋਸੈਸਿੰਗ ਟਾਈਮ ਘੱਟ ਹੋਏਗਾ। ਸੋ ਹੁਣ 2 ਸਾਲ ਤੋਂ ਅੰਦਰ ਐਪਲੀਕੇਸ਼ਨਸ ਪ੍ਰੋਸੈਸ ਹੋਣੀਆਂ ਸ਼ੁਰੂ ਹੋ ਜਾਣਗੀਆਂ, ਵਿਚ ਇਜ਼ ਅ ਵੈਲਕਮ ਸਟੈਪ ਬਿਕੋਜ਼ ਪਹਿਲੇ 3 ਤੋਂ 4 ਸਾਲ 5 ਸਾਲ ਵੀ ਕੁਝ ਐਪਲੀਕੇਸ਼ਨਸ ਦੇ, ਬਟ ਲੋਕੀ ਟਾਈਮ ਬਾਏ ਵੀ ਕਰਦੇ ਰਹਿੰਦੇ। ਪਹਿਲੇ ਐਕਸਪ੍ਰੈਸ ਐਂਟਰੀ, ਪਹਿਲੇ ਰਿਫਿਊਜੀ ਐਪਲੀਕੇਸ਼ਨ ਪੁੱਟ ਕੀਤੀ, ਜੇ ਰਿਫਿਊਜ਼ ਹੋ ਗਈ ਹਿਊਮਨਿਟੇਰੀਅਨ ਪੁੱਟ ਅਪ ਕਰਤੀ, ਉਸ ਤੋਂ ਬਾਅਦ ਭਰਾ ਦੇ ਵਿੱਚ ਚਲੇ ਗਏ। ਸੋ ਰਿਫਿਊਜੀਜ਼ ਵੀ ਆਪਣਾ ਟਾਈਮ ਬਾਏ ਕਰਨਾ ਚਾਹੁੰਦੇ ਨੇ। ਜਿਹੜੇ ਐਕਚੁਅਲ ਰਿਫਿਊਜੀਜ਼ ਹੁੰਦੇ ਨੇ ਜਿਨ੍ਹਾਂ ਦੇ ਕੋਲ ਡਾਕੂਮੈਂਟਰੀ ਐਵੀਡੈਂਸਿਸ, ਪ੍ਰੂਫਸ ਵਗੈਰਾ ਸਾਰਾ ਕੁਝ ਪ੍ਰੈਜ਼ੈਂਟ ਹੈਗਾ, ਉਹ ਐਪਲੀਕੇਸ਼ਨ 2 ਸਾਲ ਦੇ ਅੰਦਰ ਪੋਜ਼ਿਟਿਵ ਰਿਜ਼ਲਟ ਆ ਜਾਂਦਾ ਹੈਗਾ। ਉਹਨਾਂ ਦੀ ਫੈਮਿਲੀ ਵਗੈਰਾ ਵੀ ਉਹਨਾਂ ਨੂੰ ਜੁਆਇਨ ਕਰ ਸਕਦੀ ਹੈ ਬਾਅਦ ਦੇ ਵਿੱਚ। ਤਰਨ ਜੀ ਹੋਰ ਤੁਸੀਂ ਕੀ ਇਹਦੇ ਨਾਲ ਕੀ ਪੁੱਛ ਰਹੇ ਸੀਗੇ? ਸਰ ਮੈਂ ਰਿਫਿਊਜੀਜ਼ ਦੇ ਬਾਰੇ ਜਾਣਨਾ ਚਾਹੁੰਦੀ ਸੀ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਰਨਜੀਤ। ਹਾਂਜੀ ਦੱਸੋ ਜੀ। ਤੁਹਾਡੇ ਲਈ ਕੁਐਸਚਨ ਹੈ, ਤੁਸੀਂ ਅਮਰੀਕਾ ਦੀ ਇਮੀਗ੍ਰੇਸ਼ਨ ਦਾ ਕਿਹੜੇ ਦਿਨ ਤੇ ਕਿੰਨੇ ਵਜੇ ਕਰਦੇ ਹੋ ਪ੍ਰੋਗਰਾਮ? ਸਰ ਤੁਸੀਂ ਸੈਟਰਡੇ ਨੂੰ ਕਾਲ ਕਰ ਸਕਦੇ ਹੋ, ਸੈਟਰਡੇ ਨੂੰ ਟੋਰਾਂਟੋ ਸਮੇਂ ਦੇ ਮੁਤਾਬਿਕ ਦੁਪਹਿਰੇ 1 ਵਜੇ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਸਰ ਕਾਲਰ ਇੱਕ ਹੋਰ ਜੁੜ ਗਏ ਨੇ, ਉਹਨਾਂ ਦਾ ਵੀ ਅਸੀਂ ਸਵਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂ ਸਤਿ ਸ਼੍ਰੀ ਅਕਾਲ ਤਰਨ, ਮੈਂ ਬ੍ਰੈਂਪਟਨ ਤੋਂ ਬੋਲਦੀ ਹਾਂ ਆਂਟੀ ਤੇਰੀ ਲੁਧਿਆਣੇ ਵਾਲੀ। ਤੇ ਆਪਣੇ ਫਲੈਟਾਂ ਇੰਡੀਆ ਦੀਆਂ ਕਦੋਂ ਖੁੱਲਣੀਆਂ? ਫਲਾਈਟਸ ਹਜੇ ਤਾਂ 30 ਦਿਨ ਲਈ ਬੈਨ ਲੱਗ ਗਿਆ ਜੀ। 30 ਦਿਨ ਲਈ? ਹਾਂਜੀ 30 ਦਿਨ ਲਈ ਹਜੇ ਹੋਰ ਬੈਨ ਅੱਗੇ ਵਧਾ ਦਿੱਤਾ ਗਿਆ ਹੈ ਜੀ। ਅੱਛਾ, ਇੰਡੀਆ ਗਏ ਆ ਨਹੀਂ ਸਕਦੇ ਪੀਆਰ? ਜਿਹੜੇ ਇੰਡੀਆ ਤੋਂ ਗਏ ਆ ਪੀਆਰਸ ਵਾਪਸ ਆਉਣਾ ਚਾਹੁੰਦੇ ਨੇ। ਹਾਂਜੀ, ਤੁਸੀਂ ਟੀਵੀ ਸਕਰੀਨ ਤੇ ਉਹਨਾਂ ਦੇ ਬਾਰੇ ਸੁਣ ਲਿਓ ਜੀ, ਨਵੀਂ ਅਪਡੇਸ਼ਨ ਆਈ ਆ ਉਹਨਾਂ ਬਾਰੇ, ਟੀਵੀ ਸਕਰੀਨ ਤੇ ਸੁਣ ਲਿਓ। ਠੀਕ ਹੈ ਜੀ, ਥੈਂਕ ਯੂ ਕਾਲ ਕਰਨ ਲਈ। ਸਰ ਪੀਆਰ ਹੋਲਡਰਸ ਆ ਸਕਦੇ ਨੇ ਜੋ ਨਵੀਆਂ ਇਸ ਵਕਤ ਟਰੈਵਲ ਰੈਸਟ੍ਰਿਕਸ਼ਨਸ ਤੋਂ ਈਜ਼ ਹੋਈ ਹੈ? ਬਿਲਕੁਲ ਜੀ, ਜਿਹੜੇ ਪੀਆਰ ਹੋਲਡਰਸ ਹੈਗੇ ਨੇ, ਸਿਟੀਜ਼ਨਸ ਹੈਗੇ ਨੇ, ਉਹ ਵਾਪਸ ਆ ਸਕਣਗੇ ਐਂਡ ਉਹਨਾਂ ਨੂੰ ਈਵਨ ਜੇ ਉਹਨਾਂ ਦਾ ਵੈਕਸੀਨੇਸ਼ਨ ਹੋਇਆ ਤੇ ਉਹਨਾਂ ਨੂੰ ਕੁਆਰੰਟਾਈਨ ਦਾ ਵੀ ਕੋਈ ਰਿਕੁਆਇਰਮੈਂਟ ਨਹੀਂ ਰਹੇਗਾ। ਠੀਕ ਹੈ ਸਰ। ਸਟ੍ਰੇਟ ਫਲਾਈਟ ਹਲੇ ਵੀ ਪੋਸੀਬਲ ਨਹੀਂ ਹੈਗੀ ਇੰਡੀਆ ਤੋਂ, ਬਟ ਯੈਸ
ਉਹ ਕਨੈਕਟਿੰਗ ਫਲਾਈਟਸ ਤੋਂ ਲੈਂਡ ਕਰ ਸਕਦੇ। ਬਿਲਕੁਲ, ਜਿਹੜੀਆਂ ਸਿੱਧੀਆਂ ਉਡਾਣਾਂ ਨੇ ਉਹ ਨਹੀਂ ਆ ਸਕਦੀਆਂ, ਮਤਲਬ ਤੁਸੀਂ ਰਾਸਤੇ 'ਚ ਕਿਤੇ ਸਟੇ ਕਰਕੇ ਫਲਾਈਟ ਚੇਂਜ ਕਰਕੇ ਵਾਪਸ ਆ ਸਕਦੇ ਹੋ। ਸੋ ਸਰ ਗੱਲਬਾਤ ਮੈਂ ਥੋੜਾ ਜਿਹਾ ਹੁਣ ਇੱਥੇ ਫਾਰਮ ਵਰਕਰਸ ਦੇ ਬਾਰੇ ਵੀ ਕਰੂੰਗੀ। ਓਪਰਚੁਨਿਟੀਜ਼ ਉਹਨਾਂ ਲਈ ਕੀ ਨੇ ਕਿ ਇਸ ਵਕਤ ਫਾਰਮ ਵਰਕਰਸ ਜਿਹੜੇ ਆ PR ਲਈ ਅਪਲਾਈ ਕਰ ਸਕਦੇ ਨੇ, ਜਿਹੜਾ ਖਾਸ ਤੌਰ ਤੇ TR to PR ਦਾ ਆਇਆ ਸੀ, ਜਿਹੜਾ ਨਵਾਂ ਪ੍ਰੋਗਰਾਮ ਆਇਆ ਸੀ, ਪਬਲਿਕ ਪ੍ਰੋਗਰਾਮ। ਤਰਨ ਜੀ ਬਿਲਕੁਲ TR to PR ਵਾਲੀ ਜਿਹੜੀਆਂ ਐਪਲੀਕੇਸ਼ਨਸ ਹੈਗੀਆਂ ਫਾਰਮ ਵਰਕਰਸ ਦੀਆਂ, ਟਰੱਕ ਡਰਾਈਵਰਸ ਦੀਆਂ ਅੱਜ ਵੀ ਲੱਗ ਸਕਦੀਆਂ ਹੈਗੀਆਂ। ਬੇਸਿਕ ਰਿਕੁਆਇਰਮੈਂਟਸ ਹੈਗੀਆਂ ਕਿ ਉਹਨਾਂ ਕੋਲ ਗ੍ਰੇਡ 12 ਜ਼ਰੂਰ ਹੋਣਾ ਚਾਹੀਦਾ, 1 ਸਾਲ ਦਾ ਕੈਨੇਡੀਅਨ ਐਕਸਪੀਰੀਅੰਸ ਹੋਣਾ ਚਾਹੀਦਾ ਤੇ 4 ਬੈਂਡ ਆਇਲਟ ਦੇ ਵਿੱਚ ਹੋਣੇ ਚਾਹੀਦੇ ਨੇ। ਸੋ CLB ਲੈਵਲ 4 ਹੋਣਾ ਚਾਹੀਦਾ। ਸੋ ਜੇ ਆਹ ਰਿਕੁਆਇਰਮੈਂਟਸ ਮੀਟ ਕਰ ਰਹੇ ਨੇ ਤੇ ਫਾਰਮ ਵਰਕਰਸ, ਕੰਸਟਰਕਸ਼ਨ ਵਰਕਰਸ ਤੇ ਨਾਲ ਦੀ ਨਾਲ ਟਰੱਕ ਡਰਾਈਵਰਸ ਦੀਆਂ ਇਹ ਆਪਸ਼ਨਸ ਐਗਜ਼ਿਸਟ ਕਰਦੀਆਂ। ਇਹਦੇ 'ਚ ਫਾਇਦਾ ਅੱਜ ਵੀ ਲਿੱਤਾ ਜਾ ਸਕਦਾ ਬਿਕੋਜ਼ ਹਾਲੇ ਵੀ ਜਿਹੜਾ ਕੋਟਾ ਰੱਖਿਆ ਗਿਆ ਸੀਗਾ ਅਸੀਂ ਉਸ ਕੋਟੇ ਤੋਂ ਕਾਫੀ ਦੂਰ ਹੈਗੇ ਹਾਂ। ਹਾਲੇ ਬਹੁਤ ਸਾਰੀਆਂ ਐਪਲੀਕੇਸ਼ਨਸ ਹੋਰ ਲੱਗ ਸਕਦੀਆਂ। ਐਂਡ ਫਾਰਮ ਵਰਕਰਸ ਵਾਸਤੇ ਇਹਦੇ ਇਲਾਵਾ ਫੈਡਰਲ ਪ੍ਰੋਗਰਾਮ ਵੀ, ਪਾਇਲਟ ਪ੍ਰੋਜੈਕਟਸ ਵੀ ਚੱਲ ਰਹੇ ਨੇ ਇਸ ਟਾਈਮ ਤੇ, ਸੋ ਉਹਦਾ ਵੀ ਤੁਸੀਂ ਫਾਇਦਾ ਚੱਕ ਸਕਦੇ ਹੋ। ਤਰਨ ਜੀ ਆਉਣ ਵਾਲੇ ਸਮੇਂ ਦੇ ਵਿੱਚ ਫਾਰਮ ਵਰਕਰਸ ਦੀ ਡਿਮਾਂਡਸ ਹੋਰ ਵੀ ਵਧਣਗੀਆਂ ਬਿਕੋਜ਼ ਬਹੁਤ ਸਾਰੇ ਫਾਰਮਸ, ਹੁਣ ਵੈਸੇ ਵੀ ਮੌਸਮ ਆ ਗਿਆ ਹੈਗਾ ਕਿ ਹਰ ਫਾਰਮ ਨੂੰ ਫਾਰਮ ਵਰਕਰਸ ਚਾਹੀਦੇ ਨੇ, ਸੀਜ਼ਨਲ ਵਰਕਰਸ ਚਾਹੀਦੇ ਨੇ। ਸੋ ਆਪਸ਼ਨਸ ਫਾਰਮ ਵਰਕਰਸ ਬਾਰੇ ਕਾਫੀ ਸਾਰੀਆਂ ਹੈਗੀਆਂ। ਪਹਿਲੇ ਤੇ ਵਰਕ ਪਰਮਿਟ ਤੇ ਆਉਣ ਵਾਸਤੇ, ਉਸ ਤੋਂ ਬਾਅਦ PR ਵਾਸਤੇ। ਐਂਡ ਬੜੇ ਘੱਟ ਬੈਂਡ ਦੇ ਨਾਲ, ਬੜੀ ਘੱਟ ਐਜੂਕੇਸ਼ਨ ਦੇ ਨਾਲ ਤੁਹਾਡੀ PR ਪੋਸੀਬਲ ਹੈਗੀ ਹੈ, ਪ੍ਰੋਵਾਈਡਡ ਤੁਸੀਂ ਆਪਣੇ EMPLOYER ਨਾਲ 1 ਸਾਲ ਕੰਮ ਕਰ ਲਓ ਤਾਂ ਜੀ। ਤੇ ਸਰ ਇਸ ਵਾਰੀ ਡਰਾ ਕੋਈ ਆਏ ਆ ਜਿਹੜੇ ਦੇ ਵਿੱਚ ਅਸੀਂ ਗੱਲ ਕਰ ਸਕੇ, ਜਿਵੇਂ ਓਨਟਾਰੀਓ ਦਾ ਤਾਂ ਇੱਕ ਗੱਲ ਕਰਕੇ ਹਟੇ ਆ, ਇਸ ਤੋਂ ਇਲਾਵਾ ਵੀ ਕੋਈ ਡਰਾ ਆਏ ਆ? ਬਿਲਕੁਲ ਤਰਨ ਜੀ, ਹਰ ਪ੍ਰੋਵਿੰਸ ਨੇ ਤਕਰੀਬਨ ਆਪਣਾ ਡਰਾ ਆਊਟ ਕੀਤਾ ਜੀ। ਪ੍ਰਿੰਸ ਐਡਵਰਡ ਆਈਲੈਂਡ ਨੇ ਡਰਾ ਆਊਟ ਕੀਤਾ ਜੀ, ਉਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦਾ ਡਰਾ ਆਊਟ ਹੋਇਆ ਐਂਡ ਅਲਬਰਟਾ ਦਾ ਡਰਾ ਆਊਟ ਹੋਇਆ। ਤਾਂ ਸਭ ਤੋਂ ਇੰਪੋਰਟੈਂਟ ਇੱਕ ਹੋਰ ਚੀਜ਼ ਆਈ ਹੈ ਕਿ ਅੱਜ ਕਿਊਬੈਕ ਨੇ ਵੀ ਇੱਕ ਡਰਾ ਆਊਟ ਕੀਤਾ ਤਰਨ ਜੀ, ਐਂਡ ਉਹਦੇ ਵਿੱਚ ਤਕਰੀਬਨ 69 ਇਨਵੀਟੇਸ਼ਨ ਦਿੱਤੇ ਗਏ ਨੇ, ਬਟ 69 ਇਨਵੀਟੇਸ਼ਨਸ ਉਹਨਾਂ ਲੋਕਾਂ ਨੂੰ ਹੀ ਹੈਗੇ ਨੇ ਕਿਊਬੈਕ ਨੂੰ ਜਿਨ੍ਹਾਂ ਦੇ ਕੋਲ ਜੌਬ ਆਫਰ ਸੀਗੀ। ਸੋ ਜੌਬ ਆਫਰਸ ਵਾਲੇ ਨੇ ਕਿਊਬੈਕ ਨੇ 69 ਇਨਵੀਟੇਸ਼ਨਸ ਅੱਜ ਦਿੱਤੇ ਹੈਗੇ ਜੀ। ਤੇ ਸਰ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ? ਤਰਨ ਜੀ ਮੈਂ ਇੱਕੋ ਚੀਜ਼ ਕਹਿਣਾ ਚਾਹਾਂਗਾ ਜੀ, ਇਮੀਗ੍ਰੇਸ਼ਨ ਵਾਸਤੇ ਬਹੁਤ ਸਾਰੀਆਂ ਆਪਸ਼ਨਸ ਤੁਹਾਡੇ ਵਾਸਤੇ ਐਗਜ਼ਿਸਟ ਕਰਦੀਆਂ ਹੈਗੀਆਂ। ਤੁਸੀਂ ਬਿਜ਼ਨਸਮੈਨ ਹੈਗੇ ਹੋ ਬੈਕ ਹੋਮ, ਤੁਸੀਂ ਜੌਬ ਕਰਦੇ ਹੋ, ਓਨਲੀ ਥਿੰਗ ਇਜ਼ ਪਿਕ ਅਪ ਦ ਰਾਈਟ ਵੇ। ਐਂਡ ਰਾਈਟ ਵੇ ਦੇ ਵਿੱਚ ਕਈ ਵਾਰੀ ਜੌਬ ਆਫਰ ਦੇ ਨਾਲ ਆਪਸ਼ਨਸ ਬਣਦੀਆਂ, ਕਈ ਵਾਰੀ ਇਨਵੈਸਟਮੈਂਟਸ ਦੇ ਨਾਲ ਬਣਦੀਆਂ ਹੈਗੀਆਂ। ਓਨਲੀ ਥਿੰਗ ਤੁਸੀਂ ਇਵੈਲੂਏਟ ਕਰਨਾ ਕਿ ਤੁਹਾਡੇ ਕੋਲ ਕਿਹੜੀਆਂ ਬੈਸਟ ਆਪਸ਼ਨਸ ਹੈਗੀਆਂ। ਐਂਡ ਜਿੰਨੇ ਵੀ ਸਟੂਡੈਂਟਸ ਹੈਗੇ ਨੇ ਉਹਨਾਂ ਨੂੰ ਇੱਕੋ ਚੀਜ਼ ਕਿ 75 ਦਾ ਡਰਾ ਜਾਂ 350 ਦੇ ਡਰਾ ਦੇ ਉੱਤੇ ਨਾ ਆਪਣਾ ਸਕੋਰ ਇੰਪਰੂਵ ਕਰਨ ਬਾਰੇ ਵੀ ਸੋਚੋ ਐਂਡ ਉਹਦੇ ਨਾਲ ਫੋਕਸ ਕਰੋ ਕਿ ਮੇਰੀ PR ਕਿਸ ਤਰ੍ਹਾਂ ਪੋਸੀਬਲ ਹੈਗੀ ਹੈ। ਇਹ ਨਾ ਸੋਚੋ ਕਿ ਮੈਨੂੰ ਅਗਲੇ 2 ਮਹੀਨਿਆਂ ਦੇ ਵਿੱਚ ਮੈਨੂੰ PR ਮਿਲਣੀ ਚਾਹੀਦੀ ਹੈਗੀ ਹੈ। ਆਹ ਸੋਚੋ ਕਿ 1 ਸਾਲ ਬਾਅਦ ਵੀ ਮੈਂ PR ਦੇ ਨਾਲ ਕਿਸ ਤਰ੍ਹਾਂ ਕੁਆਲੀਫਾਈ ਹੋ ਸਕਦਾ, ਬਿਕੋਜ਼ ਜੇ ਟਰੈਵਲ ਰਿਸਟ੍ਰਿਕਸ਼ਨਸ ਖਤਮ ਹੋ ਗਈਆਂ ਤੇ CEC ਤੋਂ ਫੋਕਸ ਹਟ ਕੇ ਫਿਰ ਮੈਰਿਟ ਦੇ ਉੱਤੇ ਚਲਾ ਜਾਏਗਾ, ਸਕੋਰ ਫਿਰ ਉੱਪਰ ਚਲੇ ਜਾਣਗੇ ਐਕਸਪ੍ਰੈਸ ਐਂਟਰੀ ਦੇ CRS ਦੇ ਸਕੋਰ। ਫਿਰ ਜਿਸ 475 500 ਦੇ ਸਕੋਰ ਚਲਾ ਗਿਆ ਤੇ 350 350 ਜਾਂ 450 ਜਾਂ 400 ਵਾਲੇ ਤੁਸੀਂ ਕਿਸ ਤਰ੍ਹਾਂ ਕੁਆਲੀਫਾਈ ਹੋਗੇ। ਸੋ ਆਪਣੇ ਸਕੋਰਸ ਇੰਪਰੂਵਮੈਂਟ ਬਾਰੇ ਸੋਚੋ ਐਂਡ ਆਪਸ਼ਨਸ ਦੇਖੋ ਕਿ ਕਿਸ ਤਰ੍ਹਾਂ ਤੁਹਾਡਾ ਸਕੋਰ ਇੰਪਰੂਵ ਹੋ ਸਕਦਾ ਜਾਂ PNP ਦੇ ਵਿੱਚ ਕਿਸ ਤਰ੍ਹਾਂ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਇਮੀਗ੍ਰੇਸ਼ਨ ਦੀ ਕੋਈ ਵੀ ਐਡਵਾਈਸ ਲੈਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਕੰਸਲਟੈਂਟਸ ਨੂੰ ਜ਼ਰੂਰ ਆ ਕੇ ਗੱਲ ਕਰੋ, ਲਾਇਰਸ ਨਾਲ ਡਿਸਕਸ ਕਰੋ ਆਪਣਾ ਕੇਸ। ਜਿੱਥੇ ਵੀ ਤੁਸੀਂ ਹੈਗੇ ਹੋ ਉੱਥੇ ਤੁਹਾਡਾ ਜਾਂ ਕਿਸੇ ਨੂੰ ਟਰਸਟ ਕਰਦੇ ਹੋ ਜਿਹਨਾਂ ਤੋਂ ਤੁਸੀਂ ਪਹਿਲੇ ਕੰਮ ਕਰਵਾਇਆ ਹੋਇਆ, ਗੈਟ ਇਨ ਟੱਚ ਵਿਦ them। ਜੇ ਉਹ ਤੁਹਾਨੂੰ ਕੋਲ ਨਹੀਂ ਹੈਗਾ ਤੇ ICC ਤੇ ਸਾਨੂੰ ਕੰਟੈਕਟ ਕਰ ਸਕਦੇ ਹੋ। ਵੀ ਵਿਲ ਬੀ ਏਬਲ ਟੂ ਅਸਿਸਟ ਯੂ ਐਂਡ ਗਾਈਡ ਯੂ ਵਿਦ ਸੱਚ ਐਪਲੀਕੇਸ਼ਨਸ। ਐਂਡ ICC ਤੇ ਸਾਨੂੰ 14 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋਇਆ ਐਂਡ ਵੀ ਆਰ ਅ ਟੀਮ ਦੈਟ ਇਜ਼ ਨੋਨ ਫॉर ਕ੍ਰਿਸਟਲ ਕਲੀਅਰ ਐਂਡ ਟ੍ਰਾਂਸਪੇਰੈਂਟ ਐਡਵਾਈਸ। ਕੁਝ ਚੀਜ਼ਾਂ ਪੋਸੀਬਲ ਹੁੰਦੀਆਂ, ਕੁਝ ਚੀਜ਼ਾਂ ਪੋਸੀਬਲ ਨਹੀਂ ਹੁੰਦੀਆਂ। ਜੇ ਚੀਜ਼ ਕੋਈ ਪੋਸੀਬਲ ਹੋਏਗੀ ਤੁਹਾਡੇ ਵਾਸਤੇ ਵੀ ਵਿਲ ਟੈਲ ਯੂ, ਜੇ ਨਹੀਂ ਹੋਏਗੀ ਤੇ ਉਹ ਵੀ ਤੁਹਾਨੂੰ ਕਵਾਂਗੇ ਕਿ ਆਪਣਾ ਟਾਈਮ ਤੇ ਪੈਸਾ ਖਰਾਬ ਨਾ ਕਰੋ। ਸੋ ਯੂ ਕੈਨ ਰੀਚ ਅਸ ਐਟ info@iccimmigration.ca ਜਾਂ ਫਿਰ ਤੁਸੀਂ ਫੋਨ ਕਰ ਸਕਦੇ ਹੋ 905-461-2424 ਜਾਂ ਫਿਰ ਤੁਸੀਂ WhatsApp ਕਰ ਸਕਦੇ ਹੋ 647-850-9000 647-850-9000। ਜੀ ਸਰ, ਬਹੁਤ ਬਹੁਤ ਸ਼ੁਕਰੀਆ ਸਾਡੇ ਪ੍ਰੋਗਰਾਮ ਚ ਆਉਣ ਲਈ ਤੇ ਦਰਸ਼ਕਾਂ ਨੂੰ ਜਾਣਕਾਰੀ ਦੇਣ ਲਈ। ਥੈਂਕ ਯੂ। ਥੈਂਕ ਯੂ ਵੈਰੀ ਮਚ ਤਰਨ ਜੀ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਇਸ ਸੀ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ICC ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ ਨੇ ਤੁਹਾਨੂੰ ਜਾਣਕਾਰੀ ਦਿੱਤੀ ਹੈ। ਇਹਨਾਂ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ ਇਹਨਾਂ ਦੇ ਨੰਬਰਸ ਦੇ ਉੱਤੇ ਜਾਂ ਈਮੇਲ ਵੀ ਕਰ ਸਕਦੇ ਹੋ। ਫਿਲਹਾਲ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।